ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਕਲਟੀਵੇਸ਼ਨ ਆਫ ਮਾਈਂਡ 'ਤੇ। ਅੱਜ ਅਸੀਂ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜੋ ਕਿ ਤੁਹਾਨੂੰ ਹੈਲਪਫੁਲ ਹੋਵੇਗੀ BTET CTET HTET ਜਾਂ ਫਿਰ ਕਿਸੇ ਵੀ ਟੈਟ ਦੇ ਐਗਜ਼ਾਮ ਦੇ ਵਿੱਚ। ਮੈਥਮੈਟਿਕਸ ਦੇ ਜਿਹੜਾ ਸਬਜੈਕਟ ਆ ਉਹਦੇ ਵਿੱਚ ਇਹ ਸਾਰੀ ਟੈਸਟ ਸੀਰੀਜ਼ ਦੇ ਨਾਲ ਤੁਸੀਂ ਆਪਣਾ ਜਿਹੜਾ ਨੰਬਰ ਹੈ ਉਹਨੂੰ ਇੰਪਰੂਵ ਕਰ ਸਕਦੇ ਹੋ। ਤੁਸੀਂ ਚਾਹੇ ਨੈਬ ਤਹਿਸੀਲਦਾਰ ਦਾ ਪੇਪਰ ਭਰਿਆ, ਪਟਵਾਰੀ ਦਾ ਪੇਪਰ ਭਰਿਆ, ਤਾਂ ਮੈਂ ਕੀ ਕੀਤਾ, ਮਿਕਸ ਕੁਐਸਚਨ ਜਿਹੜੇ ਲੈ ਕੇ ਆਇਆ ਹਾਂ ਸਾਰੇ ਦੇ ਟੌਪਿਕਸ ਦੇ ਵਿੱਚ ਥੋੜ੍ਹੇ ਕੁਐਸਚਨ ਚੂਜ਼ ਕੀਤੇ ਨੇ ਤਾਂ ਕਿ ਤੁਹਾਡੇ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਯੂਜ਼ਫੁਲ ਹੋਣ। ਫਸਟ ਕੁਐਸਚਨ ਹੈ ਸਾਡੇ ਕੋਲ, ਕਹਿੰਦੇ ਅਗਰ x ਅਤੇ y ਦੋ ਨੈਗੇਟਿਵ ਨੰਬਰਸ ਨੇ ਤਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਾਡੇ ਕੋਲ ਆਲਵੇਜ਼ ਟਰੂ ਹੋਵੇਗੀ। ਆਲਵੇਜ਼, ਹਮੇਸ਼ਾ। ਪਹਿਲੀ ਸਟੇਟਮੈਂਟ ਹੈ ਕਹਿੰਦੇ ਜੇ ਦੋਨਾਂ ਨੰਬਰ ਨੂੰ ਜੋੜ ਦਾਂਗੇ ਸਾਡੇ ਕੋਲ ਪੋਜ਼ੀਟਿਵ ਆਨਸਰ ਆਊਗਾ। ਸੈਕਿੰਡ ਸਟੇਟਮੈਂਟ ਹੈ ਕਹਿੰਦੇ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਸਾਡੇ ਕੋਲ ਪੋਜ਼ੀਟਿਵ ਨੰਬਰ ਆਊਗਾ। ਅਤੇ ਥਰਡ ਸਟੇਟਮੈਂਟ ਕਹਿੰਦੀ ਦੋਨਾਂ ਨੂੰ ਅਗਰ ਅਸੀਂ ਸਬਟਰੈਕਟ ਕਰਾਂਗੇ ਤਾਂ ਸਾਡੇ ਕੋਲ ਪੋਜ਼ੀਟਿਵ ਨੰਬਰ ਆਊਗਾ। ਅਤੇ ਸਾਡੀਆਂ ਜਿਹੜੀਆਂ MCQs ਦੀ ਇਹਦੀ ਆਪਸ਼ਨ ਦੇ ਰੱਖੀ ਹੈ, ਕਹਿੰਦੇ ਸਿਰਫ ਪਹਿਲੀ ਜਿਹੜੀ ਆਪਣੇ ਕੋਲ ਸਟੇਟਮੈਂਟ ਆ ਉਹ ਟਰੂ ਹੈ। B ਆਪਸ਼ਨ ਕਹਿੰਦੀ ਹੈ ਸੈਕਿੰਡ ਸਟੇਟਮੈਂਟ ਟਰੂ ਹੈ। C ਆਪਸ਼ਨ ਕਹਿੰਦੀ ਇਕੱਲੀ ਥਰਡ ਸਟੇਟਮੈਂਟ ਟਰੂ ਹੈ। ਅਤੇ D ਆਪਸ਼ਨ ਕਹਿੰਦੀ ਵੀ ਪਹਿਲੀ ਅਤੇ ਤੀਜੀ ਹੀ ਦੋਨੇ ਹੀ ਸਹੀ ਨੇ। ਤਾਂ ਇਹੋ ਜਿਹੇ ਕੁਐਸਚਨ ਰਾਜੇ ਸਟੇਟਮੈਂਟ ਵਾਲੇ ਤੁਹਾਨੂੰ ਪੇਪਰ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੇ, ਚਾਹੇ ਟੈਟ ਦੇ ਐਗਜ਼ਾਮ ਦੀ ਗੱਲ ਕਰੀਏ ਚਾਹੇ ਹੋਰ ਵੀ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੀ ਅਗਰ ਗੱਲ ਕਰੀਏ। ਹੁਣ ਅਗਰ ਅਸੀਂ ਇੱਥੇ ਡਿਟੇਲ ਦੇ ਵਿੱਚ ਸਮਝਣਾ ਹੋਵੇ ਤਾਂ ਮੈਂ ਇੱਥੇ ਕੀ ਕਰੂੰਗਾ, ਸਪੋਜ਼ ਕਰੂੰਗਾ x ਨੂੰ ਕੋਈ ਵੀ ਨੰਬਰ, ਹੁਣ ਆਪਾਂ ਨੂੰ ਪਤਾ x ਅਤੇ y ਇਹ ਦੋਨੇ ਕੀ ਨੇ, ਇਹ <0 ਨੇ, ਨੈਗੇਟਿਵ ਨੇ। x ਨੂੰ ਮੰਨ ਲਓ -2 ਸਪੋਜ਼ ਕੀਤਾ ਹੈ ਅਤੇ ਮੈਂ y ਨੂੰ -5 ਸਪੋਜ਼ ਕੀਤਾ ਹੈ। ਹੁਣ ਤੁਸੀਂ ਦੋਨਾਂ ਨੂੰ ਪਲੱਸ ਕਰੋ ਤਾਂ ਤੁਹਾਡੇ ਕੋਲ ਇੱਕ ਕੀ ਆਊਗਾ, ਨੈਗੇਟਿਵ ਨੰਬਰ ਆਊਗਾ। ਕਹਿਣ ਦਾ ਮਤਲਬ x + y ਜਿਹੜਾ ਹੈ ਉਹ <0 ਆਊਗਾ ਆਲਵੇਜ਼। ਤਾਂ ਪਹਿਲੀ ਸਟੇਟਮੈਂਟ ਤਾਂ ਗਲਤ ਹੋਗੀ। ਅਗਰ ਆਪਾਂ ਗੱਲ ਕਰੀਏ ਥਰਡ ਸਟੇਟਮੈਂਟ ਦੀ, ਥਰਡ ਸਟੇਟਮੈਂਟ ਕਹਿੰਦੇ ਆ ਵੀ x - y ਇਜ਼ ਪੋਜ਼ੀਟਿਵ। ਜੇ ਆਪਾਂ ਇਹਨਾਂ ਦੋਨਾਂ ਨੂੰ ਮਾਈਨਸ ਕਰ ਦਈਏ x - y ਤਾਂ ਕੀ ਬਣੂਗਾ। ਪਹਿਲਾਂ ਅਸੀਂ ਦੇਖੀਏ -2 ਹੈ ਸਾਡੇ ਕੋਲ x ਦੀ ਜਗ੍ਹਾ, ਫਿਰ ਅਸੀਂ ਮਾਈਨਸ ਲਿਖਾਂਗੇ ਅਤੇ y ਦੀ ਜਗ੍ਹਾ ਸਾਡੇ ਕੋਲ ਕੀ ਹੈ -5। ਕਿੰਨਾ ਆ ਗਿਆ ਰਾਜੇ, -2 + 5 ਆਨਸਰ ਆ ਗਿਆ ਸਾਡੇ ਕੋਲ +3। ਤੁਸੀਂ ਕੀ ਕਰੋਗੇ, ਇਹ ਆਪਸ਼ਨ ਦੇਖ ਕੇ ਥਰਡ 'ਤੇ ਟਿਕ ਕਰ ਆਓਗੇ, ਮਤਲਬ ਇਹ ਆਪਣਾ ਜਿਹੜਾ ਸਲਿਊਸ਼ਨ ਹੈ ਇਹਨੂੰ ਦੇਖ ਕੇ ਥਰਡ ਟਿਕ ਕਰ ਦੋਗੇ ਵੀ ਹਾਂ ਥਰਡ ਪੋਜ਼ੀਟਿਵ ਹੈ ਨਾ। ਲੇਕਿਨ ਜੇ ਆਪਣੇ ਕੋਲ ਅਗਰ ਸੈਕਿੰਡ ਆਪਸ਼ਨ ਦੀ ਗੱਲ ਕਰੀਏ ਤਾਂ ਸੈਕਿੰਡ ਆਪਸ਼ਨ 'ਚ ਕਹਿੰਦੇ ਜੀ ਦੋਨਾਂ ਨੂੰ ਮਲਟੀਪਲਾਈ ਕਰ ਦਈਏ, -2 ਨੂੰ ਮਲਟੀਪਲਾਈ ਕਰੀਏ -5 ਦੇ ਨਾਲ ਤਾਂ ਆਪਣੇ ਕੋਲ 10 ਆਉਂਦਾ। ਹੁਣ ਤੁਸੀਂ ਜਿਹੜਾ ਹੈ ਪ੍ਰੋਬਲਮ 'ਚ ਫਸ ਗਏ, ਤੁਸੀਂ ਕਿਹਾ ਵੀ ਸੈਕਿੰਡ ਵੀ ਸਹੀ ਹੈ ਥਰਡ ਵੀ ਸਹੀ ਹੈ, ਤਾਂ ਤੁਸੀਂ D ਆਪਸ਼ਨ ਟਿਕ ਕਰ ਦੋਗੇ ਤਾਂ ਤੁਹਾਡਾ ਆਨਸਰ ਗਲਤ ਹੋ ਜਾਊਗਾ। ਕਿਉਂ, ਰੀਜ਼ਨ ਕੀ ਹੈ, ਇੱਥੇ ਇੱਕ ਇਹਨਾਂ ਨੇ ਸ਼ਬਦ ਵਰਤਿਆ ਆਲਵੇਜ਼, ਹਮੇਸ਼ਾ ਜਿਹੜਾ ਇਹ ਆਨਸਰ ਟਰੂ ਹੋਣਾ ਚਾਹੀਦਾ ਹੈ। ਪਰ ਅਗਰ ਆਪਾਂ ਐਗਜ਼ਾਮਪਲ ਚੇਂਜ ਕਰ ਦਈਏ, x ਦੀ ਵੈਲਿਊ ਸਪੋਜ਼ ਮੈਂ -7 ਲੈ ਲਈ ਅਤੇ y ਦੀ ਵੈਲਿਊ -2 ਲੈ ਲਈ। ਹੁਣ ਤੁਸੀਂ ਕੀ ਕਰੋ, x ਅਤੇ y ਨੂੰ ਮਾਈਨਸ ਕਰੋ। ਜਦੋਂ x ਅਤੇ y ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਆ ਜੂ -7 + 2 ਜੋ ਕਿ ਨੈਗੇਟਿਵ ਆਉਂਦਾ ਹੈ। ਤਾਂ ਕਹਿਣ ਦਾ ਮਤਲਬ x - y ਆਪਣੇ ਕੋਲ ਪੋਜ਼ੀਟਿਵ ਵੀ ਆ ਰਿਹਾ ਨੈਗੇਟਿਵ ਵੀ ਆ ਰਿਹਾ, ਉਹ ਡਿਪੈਂਡ ਕਰਦਾ ਅਸੀਂ x ਅਤੇ y ਦੀ ਵੈਲਿਊ ਕੀ ਲਵਾਂਗੇ। ਲੇਕਿਨ ਜੇ ਅਸੀਂ x ਅਤੇ y ਨੂੰ ਮਲਟੀਪਲਾਈ ਕਰੀਏ ਫਿਰ ਚਾਹੇ x ਚਾਹੇ -2 ਲੈ ਲਓ y -5 ਲੈ ਲਓ, ਚਾਹੇ ਫਿਰ x -5 ਲੈ ਲਓ y -2 ਲੈ ਲਓ, ਕਹਿਣ ਦਾ ਮਤਲਬ ਕੋਈ ਵੀ ਰਕਮ ਲੈ ਲਓ ਆਲਵੇਜ਼ ਜਿਹੜਾ ਇਹ ਪੋਜ਼ੀਟਿਵ ਆਊਗਾ, >0 ਆਊਗਾ। ਇਸ ਲਈ ਸਾਡੀ ਜਿਹੜੀ ਕਰੈਕਟ ਆਪਸ਼ਨ ਹੈ ਰਾਜੇ ਉਹ ਹੈਗੀ ਸੈਕਿੰਡ ਸਟੇਟਮੈਂਟ, B ਆਪਸ਼ਨ ਸਾਡਾ ਹਮੇਸ਼ਾ ਕਰੈਕਟ ਹੋਊਗਾ। ਤਾਂ ਇੱਦਾਂ ਧਿਆਨ ਰੱਖਣਾ, ਕਈ ਵਾਰ ਤੁਹਾਨੂੰ ਇਸ ਤਰ੍ਹਾਂ ਦੇ ਕੁਐਸਚਨ ਪਾ ਦਿੱਤੇ ਜਾਂਦੇ ਹਨ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਦੋ ਜਿਹੜੀਆਂ ਸਟੇਟਮੈਂਟ ਨੇ ਟਰੂ ਨੇ ਲੇਕਿਨ ਉਹਨਾਂ ਵਿੱਚੋਂ ਇੱਕ ਹੀ ਟਰੂ ਹੁੰਦੀ ਹੈ। ਤਾਂ ਸਟੇਟਮੈਂਟ ਨੂੰ ਜਿਹੜੀ ਕੁਐਸਚਨ ਦੀ ਉਹਨੂੰ ਧਿਆਨ ਨਾਲ ਪੜ੍ਹਨਾ ਹੈ, ਸਮਝਣਾ ਹੈ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਅੱਗੇ ਵੱਧਦੇ ਹਾਂ ਸੈਕਿੰਡ ਕੁਐਸਚਨ ਦੇ ਵੱਲ, ਕਹਿੰਦੇ ਦਾ ਲੀਸਟ ਨੰਬਰ ਵਿਚ ਸ਼ੁੱਡ ਬੀ ਐਡਡ ਟੂ ਦਿਸ ਨੰਬਰ ਸੋ ਦੈਟ ਦਾ ਸਮ ਇਜ਼ ਐਗਜ਼ੈਕਟਲੀ ਡਿਵੀਜ਼ੀਬਲ ਬਾਈ 5, 6, 4 ਐਂਡ 3। ਛੋਟੇ ਤੋਂ ਛੋਟਾ ਨੰਬਰ ਦੱਸਣਾ ਜਿਹਨੂੰ 2497 ਵਿੱਚ ਐਡ ਕੀਤਾ ਜਾਵੇ। ਐਡ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਸਮ ਆਊਗਾ ਉਹ ਐਗਜ਼ੈਕਟਲੀ ਡਿਵੀਜ਼ੀਬਲ ਹੋਣਾ ਚਾਹੀਦਾ ਹੈ 5 ਦੇ ਨਾਲ, 6 ਦੇ ਨਾਲ, 4 ਦੇ ਨਾਲ ਅਤੇ 3 ਦੇ ਨਾਲ। ਬੜਾ ਹੀ ਇੰਟਰਸਟਿੰਗ ਜਿਹਾ ਕੁਐਸਚਨ ਹੈ। ਸਾਨੂੰ ਸਭ ਤੋਂ ਪਹਿਲਾਂ ਦੇਖਣਾ ਪੈਣਾ ਸਾਡੇ ਕੋਲ ਇੰਨੇ ਜ਼ਿਆਦਾ ਨੰਬਰ ਦੇ ਰੱਖੇ ਨੇ। ਹੁਣ ਤੁਸੀਂ ਸਾਨੂੰ ਕਹਿ ਦਿੱਤਾ ਜਾਵੇ ਵੀ ਕੋਈ ਇੱਕ ਨੰਬਰ ਦੱਸੋ, ਕਾਮਨ ਨੰਬਰ ਦੱਸੋ ਵੀ ਜਿਹੜਾ ਇਹਦੇ ਨਾਲ ਐਗਜ਼ੈਕਟਲੀ ਡਿਵੀਜ਼ੀਬਲ ਹੈ, ਤਾਂ ਰਾਜੇ ਅਸੀਂ ਕੀ ਕਰਾਂਗੇ, ਇਹਨਾਂ ਸਾਰਿਆਂ ਦੇ ਨਾਲ ਡਿਵਾਈਡ ਇੱਕ ਨੰਬਰ ਪਤਾ ਕਰ ਲਾਂਗੇ। ਕਹਿਣ ਦਾ ਮਤਲਬ ਹੈ 5, 6, 4, 3 ਇਹਨਾਂ ਦਾ ਮਲਟੀਪਲ ਪਤਾ ਕਰ ਲਾਂਗੇ। 5, 6, 4, 3 ਦਾ ਮਲਟੀਪਲ ਪਤਾ ਕਰਨ ਲਈ ਜਾਂ ਫਿਰ ਉਹ ਨੰਬਰ ਪਤਾ ਕਰਨ ਲਈ ਜਿਹਨੂੰ ਇਹ ਡਿਵਾਈਡ ਕਰਦੇ ਨੇ, ਐਗਜ਼ੈਕਟਲੀ ਡਿਵਾਈਡ ਕਰਦੇ ਨੇ, ਸਾਨੂੰ ਪਤਾ ਕਰਨਾ ਪੈਣਾ ਇਹਨਾਂ ਦਾ LCM। ਅਗਰ ਗੱਲ ਕਰੀਏ LCM ਦੇ ਪ੍ਰੋਸੈਸ ਦੀ ਤਾਂ ਕੀ ਕਰਾਂਗੇ, 5 ਨੂੰ ਅਸੀਂ ਫੈਕਟਰ ਬਣਾ ਸਕਦੇ ਹਾਂ 5, 1, 6 ਦੇ ਫੈਕਟਰ ਬਣਾ ਸਕਦੇ ਹਾਂ 2 × 3, 4 ਦੇ ਅਸੀਂ ਫੈਕਟਰ ਬਣਾ ਸਕਦੇ ਹਾਂ 2 × 2,
फिर असी 3 ਦੇ फैक्टर ਜਿਹੜੇ बना सकते हैं 3 × 1। ਹੁਣ अगर असी एलसीएम ਕੱਢਣਾ है तो असी लिखांगे 5 × 2 × 2 × 3 तो अपने कोल कितना आ जाऊगा राजे 60 आ जाऊगा। तो 60 एलसीएम आ गया। तो 60 की है वो छोटा नंबर जो 5 6 4 3 नाल एग्जैक्टली डिवाइड होंदा है। कहने का मतलब ਜਿਹੜੇ 60 ਦੇ मल्टीपल ने 120 फिर आप जिवें 60 ਦਾ पूरा टेबल लिखांगे ਉਹ भी 5 6 4 3 ਦੇ ਨਾਲ एग्जैक्टली डिविजिबल ਹੋਣਗੇ। ਇਸ ਤਰ੍ਹਾਂ ਦੇ ਕੁਐਸਚਨ ਨੂੰ ਕਿਸ ਤਰ੍ਹਾਂ ਕਰਦੇ ਨੇ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਸਮਝਾਉਣਾ। ਸਪੋਜ਼ ਤੁਹਾਡੇ ਕੋਲ 24 ਨੰਬਰ ਹੈ ਅਤੇ ਤੁਹਾਨੂੰ ਕਿਹਾ ਗਿਆ ਵੀ ਇਹਨੂੰ ਜਿਹੜਾ ਹੈ 5 ਨਾਲ ਐਗਜ਼ੈਕਟਲੀ ਇਹਨੂੰ ਡਿਵਾਈਡ ਕਰੋ 5 ਦੇ ਨਾਲ। ਇਸੇ ਤਰ੍ਹਾਂ ਜਿਵੇਂ ਆਪਾਂ ਨੂੰ ਆਹ ਨੰਬਰ ਦੇ ਰੱਖੇ ਨੇ, ਆਪਾਂ ਨੂੰ ਸਿਰਫ 5 ਦੇ ਰੱਖਿਆ ਸੀ। ਕਹਿੰਦੇ ਇਹ ਦੱਸੋ ਵੀ 24 'ਚ ਆਪਾਂ ਕਿੰਨਾ ਐਡ ਕਰੀਏ ਵੀ ਉਹ ਐਗਜ਼ੈਕਟਲੀ ਡਿਵੀਜ਼ੀਬਲ ਹੋ ਜੇ 5 ਦੇ ਨਾਲ। ਤਾਂ ਇੱਥੇ ਦਾ ਛੋਟਾ ਜਿਹੜਾ ਆਪਣੇ ਕੋਲ ਰਕਮ ਹੈ ਤਾਂ ਅਸੀਂ ਕਹਿ ਦਿੱਤਾ ਵੀ +1 ਕਰ ਦਿਓ। ਜਦੋਂ ਇਹ 25 ਹੋ ਗਿਆ ਇਹ 5 ਨਾਲ ਐਗਜ਼ੈਕਟਲੀ ਡਿਵਾਈਡ ਹੋ ਜਾਊਗਾ। ਇੱਥੇ ਤਾਂ ਬੜਾ ਆਸਾਨ ਹੈ ਕਿਉਂਕਿ 24 ਛੋਟਾ ਨੰਬਰ ਹੈ। ਲੇਕਿਨ ਅਗਰ ਗੱਲ ਕਰੀਏ ਇੱਥੇ 2497 ਦੀ, ਤਾਂ 2497 ਨਾਲ ਅਸੀਂ 60 ਨੂੰ ਜਦੋਂ ਡਿਵਾਈਡ ਕਰਾਂਗੇ ਤਾਂ ਅਸੀਂ ਦੱਸਣਾ ਹੈ ਵੀ 2497 'ਚ ਹੋਰ ਕਿੰਨਾ ਐਡ ਕੀਤਾ ਜਾਵੇ ਜੋ 60 ਤੇ ਐਗਜ਼ੈਕਟਲੀ ਡਿਵੀਜ਼ੀਬਲ ਹੋ ਜੇ। ਤਾਂ 60 ਕੀ ਹੈ ਸਾਡੇ ਕੋਲ ਐਲਸੀਐਮ ਹੈ, ਮਲਟੀਪਲ ਹੈ ਇਹਨਾਂ ਸਾਰਿਆਂ ਦਾ, ਅਤੇ ਜਿਹੜਾ ਚੀਜ਼ 60 ਤੇ ਡਿਵਾਈਡ ਹੋ ਰਹੀ ਹੈ ਪ੍ਰੋਪਰ ਉਹ ਇਹਨਾਂ 'ਤੇ ਵੀ ਡਿਵਾਈਡ ਹੋਊਗੀ। ਇਸੇ ਕਰਕੇ ਮੈਂ ਇਹਨਾਂ ਦਾ ਐਲਸੀਐਮ ਲਿੱਤਾ ਹੈ, ਮਲਟੀਪਲ ਲਿੱਤਾ ਹੈ। ਹੁਣ ਅਗਰ ਅਸੀਂ ਛੋਟੀ ਐਗਜ਼ਾਮਪਲ 'ਚ ਸਮਝੀਏ ਤਾਂ ਅਸੀਂ ਸਭ ਤੋਂ ਪਹਿਲਾਂ ਇਹਨੂੰ 24 ਨੂੰ ਡਿਵਾਈਡ ਕਰਾਂਗੇ 5 'ਤੇ, ਤਾਂ ਸਾਡੇ ਕੋਲ 4 ਬਚੂਗਾ ਰਿਮਾਈਂਡਰ। ਹੁਣ ਜਿਹੜਾ ਇਹ 4 ਰਿਮਾਈਂਡਰ ਬਚਿਆ ਰਾਜੇ ਕਿਵੇਂ ਪ੍ਰੋਸੈਸਿੰਗ ਕਰਦੇ ਹੁੰਦੇ ਆ, ਕਿਵੇਂ ਇਸ ਨੂੰ ਕਰਦੇ ਆ, ਉਹ ਚੀਜ਼ ਬਾਰੇ ਸਮਝ ਲੈਂਦੇ ਹਾਂ। ਦੇਖੋ ਅਸੀਂ ਕੀ ਕਰਦੇ ਹੁੰਦੇ ਹਾਂ, ਜਿਹੜਾ ਆਪਾਂ 5 ਹੈ ਇਹਨੂੰ ਇਹਦੇ ਨਾਲ ਮਾਈਨਸ ਕਰ ਦਿੰਦੇ ਹੁੰਦੇ ਹਾਂ। 5 ਅਤੇ 4 ਨੂੰ ਆਪਸ 'ਚ ਮਾਈਨਸ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ +1। ਅਤੇ ਜਿਹੜਾ ਇਹ +1 ਹੈ ਇਹਨੂੰ ਡਿਵਾਈਡ ਕਰ ਦਿੰਦੇ ਹੁੰਦੇ ਆ 24 ਦੇ ਵਿੱਚ, ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜੋ 25। ਹੁਣ 25 ਜਿਹੜਾ ਐਗਜ਼ੈਕਟਲੀ ਡਿਵੀਜ਼ੀਬਲ ਹੈ। ਇਹੀ ਪ੍ਰੋਸੈਸ ਜਿਹੜਾ ਅਸੀਂ ਇੱਥੇ ਅਪਲਾਈ ਕਰਾਂਗੇ। ਜਦੋਂ ਅਸੀਂ 60 ਨੂੰ ਡਿਵਾਈਡ ਕੀਤਾ 2497, ਜਦੋਂ 2497 ਨੂੰ ਡਿਵਾਈਡ ਕੀਤਾ 60 ਦੇ ਨਾਲ, ਤਾਂ ਸਾਡੇ ਕੋਲ ਰਿਮਾਈਂਡਰ ਜਿਹੜਾ ਕਿੰਨਾ ਬਚਦਾ ਹੈ ਉਹ ਦੇਖ ਲੈਂਦੇ ਹਾਂ। ਇੱਧਰ ਸਾਡੇ ਕੋਲ ਕਿੰਨਾ ਆ ਗਿਆ 4, ਅਤੇ ਰਾਜੇ ਆਪਣੇ ਕੋਲ ਕਿੰਨਾ ਆ ਗਿਆ 97, 60 ਅਤੇ 37 ਰਿਮਾਈਂਡਰ ਬਚ ਗਿਆ, 41 'ਤੇ ਗਿਆ ਹੈ ਨਾ। ਅਤੇ 37 ਰਿਮਾਈਂਡਰ ਹੁਣ ਅਸੀਂ ਕੀ ਕਰਾਂਗੇ 60 'ਚੋਂ 37 ਮਾਈਨਸ ਕਰ ਦਾਂਗੇ। ਜਦੋਂ 60 'ਚੋਂ 37 ਮਾਈਨਸ ਕੀਤੇ ਤਾਂ ਆਪਣੇ ਕੋਲ ਐਗਜ਼ੈਕਟਲੀ ਕੀ ਆ ਗਿਆ 23 ਆ ਗਿਆ। ਹੁਣ 23 ਨੂੰ ਜਦੋਂ ਅਸੀਂ 2497 'ਚ ਐਡ ਕਰਾਂਗੇ ਤਾਂ ਉਹ ਜਿਹੜਾ ਹੈ ਆਪਣੇ ਕੋਲ ਕੀ ਬਣ ਜੂਗਾ 2497 'ਚੋਂ ਅਸੀਂ ਅਗਰ 23 ਐਡ ਕਰੀਏ ਤਾਂ ਆਪਣੇ ਕੋਲ ਕੀ ਬਣ ਗਿਆ ਰਾਜੇ 0, ਅਤੇ ਇੱਧਰ ਕੀ ਬਣ ਗਿਆ 12 ਅਤੇ 25, 2520। ਤਾਂ 2520 ਜਿਹੜਾ ਹੈ ਉਹ ਐਗਜ਼ੈਕਟਲੀ ਡਿਵੀਜ਼ੀਬਲ ਹੋਊਗਾ 60 ਦੇ ਨਾਲ। 2520 ਐਗਜ਼ੈਕਟਲੀ ਡਿਵੀਜ਼ੀਬਲ ਹੋਊਗਾ 5 ਦੇ ਨਾਲ, 6 ਦੇ ਨਾਲ, 4 ਦੇ ਨਾਲ ਅਤੇ 3 ਦੇ ਨਾਲ। ਤਾਂ ਕਹਿਣ ਦਾ ਮਤਲਬ 23 ਨੰਬਰ ਸਾਨੂੰ ਐਡ ਕਰਨਾ ਪੈਣਾ ਇਹਦੇ ਵਿੱਚ ਤਾਂ ਕਿ ਇਹ ਐਗਜ਼ੈਕਟਲੀ ਡਿਵੀਜ਼ੀਬਲ ਹੋ ਜੇ। ਤਾਂ ਸੀ ਆਪਸ਼ਨ ਜਿਹੜੀ ਹੈ ਸੈਕਿੰਡ ਕੁਐਸਚਨ ਦੀ ਆਉਂਦੀ ਹੈ। ਜਿਹੜੇ ਵੀ ਇਸ ਤਰ੍ਹਾਂ ਦੇ ਕੁਐਸਚਨ ਹੋਣਗੇ ਤੁਸੀਂ ਇਸੇ ਤਰ੍ਹਾਂ ਹੀ ਸੋਲਵ ਕਰਨਾ ਹੈ ਇਹਨਾਂ ਸਾਰੇ ਕੁਐਸਚਨਸ ਨੂੰ। ਤੀਸਰੇ ਸਵਾਲ ਵੱਲ ਵੱਧਦੇ ਹਾਂ। ਕਹਿੰਦੇ ਹਾਊ ਮੈਨੀ ਟਾਈਮਸ ਇਜ਼ 0.1 ਇਜ਼ ਗ੍ਰੇਟਰ ਦੈਨ 0.01। 0.1 ਜਿਹੜਾ ਹੈ ਉਹ ਕਿੰਨੇ ਟਾਈਮ ਗ੍ਰੇਟਰ ਹੈ 0.01 ਤੋਂ, ਕਿੰਨੇ ਟਾਈਮਸ ਮਤਲਬ ਮਲਟੀਪਲ ਪਤਾ ਕਰਨਾ ਸੀ 0.01 ਦਾ। ਅਗਰ ਤੁਸੀਂ ਫ਼ਰਕ ਦੇਖੋ 0.01 ਅਤੇ 0.1 ਦੇ ਵਿੱਚ, ਤਾਂ ਇਹ ਅਸੀਂ ਸਿਰਫ ਇੱਕ ਡੈਸੀਮਲ ਦਾ ਫ਼ਰਕ ਹੈ। ਅਗਰ ਆਹ ਡੈਸੀਮਲ ਸਾਡਾ ਇੱਧਰ ਸ਼ਿਫਟ ਕਰਦੀ ਹੈ ਰਾਈਟ ਹੈਂਡ ਸਾਈਡ ਵੱਲ ਤਾਂ ਸਾਡੇ ਕੋਲ 0.1 ਆ ਜਾਊਗਾ। ਤਾਂ ਅਸੀਂ ਇਹਨੂੰ ਸ਼ਿਫਟ ਕਰਨ ਲਈ ਕੀ ਕਰਾਂਗੇ ਮਲਟੀਪਲਾਈ ਕਰਾਂਗੇ 10 ਦੇ ਨਾਲ, ਤਾਂ ਆਨਸਰ ਕਿੰਨਾ ਆ ਜਾਊਗਾ ਸਾਡੇ ਕੋਲ 0.1। ਤਾਂ ਕਹਿਣ ਦਾ ਮਤਲਬ 10 ਟਾਈਮਸ ਜਿਹੜਾ ਸਾਡਾ ਗ੍ਰੇਟਰ ਹੈ 0.1 0.01 ਤੋਂ। ਤਾਂ ਇੰਨੇ ਸਿੰਪਲ ਕੁਐਸਚਨਸ ਨੇ। ਥਰਡ ਕੁਐਸਚਨ ਜਿਹੜਾ ਉਹਦਾ ਆਨਸਰ ਅਜੇ ਸਾਡੇ ਕੋਲ ਕੀ ਆਊਗਾ ਆਪਸ਼ਨ ਬੀ ਆਊਗਾ। ਫੋਰਥ ਕੁਐਸਚਨ ਕਹਿੰਦੇ ਆ ਅਗਰ ਤੁਸੀਂ ਇਸ ਨੂੰ ਸਾਰੇ ਨੂੰ ਪਲੱਸ ਕਰੋਗੇ ਤਾਂ ਆਨਸਰ ਕੀ ਆਊਗਾ। ਵੈਸੇ ਤਾਂ ਇਹ ਕੁਐਸਚਨ ਬੜੇ ਈਜ਼ੀ ਨੇ ਲੇਕਿਨ ਕੁਝ ਨਾ ਕੁਝ ਇਹਨਾਂ ਵਿੱਚ ਲੁਕਿਆ ਹੁੰਦਾ ਹੈ। ਕੀ ਗੱਲ ਲੁਕੀ ਹੁੰਦੀ ਹੈ ਜਦੋਂ ਅਸੀਂ ਇਹਨਾਂ ਨੂੰ ਸੋਲਵ ਕਰਾਂਗੇ ਉਦੋਂ ਹੀ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਅਸੀਂ ਇਹਨੂੰ ਅਰੇਂਜ ਕਰ ਲਾਂਗੇ ਡੈਸੀਮਲ ਹੇਠਾਂ ਡੈਸੀਮਲ ਨੂੰ, ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਜਿਹੜੀ ਆ ਉਹ ਬਣਦੀ ਜਾਵੇਗੀ ਐਡੀਸ਼ਨ। ਅਤੇ 333.00 ਤਾਂ ਆਨਸਰ ਆਪਣੇ ਕੋਲ ਕਿੰਨਾ ਆ ਗਿਆ ਰਾਜੇ 6। ਤਾਂ ਇੱਥੇ ਆਪਣੇ ਕੋਲ ਕਿੰਨਾ ਆ ਗਿਆ 9 333 336, ਇੱਧਰ ਕਿੰਨਾ ਆ ਗਿਆ ਰਾਜੇ 336 39 12 ਅਤੇ 15। ਤਾਂ ਕਹਿਣ ਦਾ ਮਤਲਬ 345.96 ਆਨਸਰ ਆ ਗਿਆ। ਹੁਣ ਤੁਸੀਂ ਦੇਖੋ ਵੀ ਤੁਸੀਂ ਪੇਪਰ ਦੇ ਵਿੱਚ ਕੀ ਕਰੋਗੇ, ਇਹਦੇ ਉੱਤੇ ਟਾਈਮ ਵੇਸਟ ਕਰੋਗੇ ਇਸ ਤਰ੍ਹਾਂ ਦੇ ਕੁਐਸਚਨ 'ਤੇ। ਐਗਜ਼ਾਮੀਨਰ ਰਿਸਰਚ ਚਾਹੁੰਦਾ ਵੀ ਤੁਸੀਂ ਟਾਈਮ ਵੇਸਟ ਕਰੋ। ਹੁਣ ਤੁਹਾਡਾ 345.96 ਆ ਗਿਆ। ਅਸੀਂ ਅਕਸਰ ਕੀ ਕਰਦੇ ਹਾਂ ਨਨ ਆਫ ਦੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ ਕਿਉਂਕਿ ਸਾਡੇ ਕੋਲ ਹੋਰ ਕੋਈ ਵੀ ਮੈਚ ਨਹੀਂ ਹੋ ਰਹੀ ਆਪਸ਼ਨ।
ਤਾਂ ਜੇ ਤੁਹਾਨੂੰ ਆਪਣੇ ਉੱਪਰ ਭਰੋਸਾ ਹੈ, ਤੁਹਾਨੂੰ ਪਤਾ ਵੀ ਮੈਂ ਐਡੀਸ਼ਨ ਸਹੀ ਕੀਤੀ ਹੈ, ਜਲਦੀ ਕੀਤੀ ਹੈ, ਤਾਂ ਤੁਸੀਂ ਦੂਸਰੀ ਵਾਰ ਇਹਨੂੰ ਚੈੱਕ ਨਹੀਂ ਕਰੋਗੇ। ਤੁਸੀਂ ਕਹੋਗੇ ਯਾਰ ਨਨ ਆਫ ਦੀਜ਼ ਆ, ਮੈਨੂੰ ਸ਼ਿਓਰਿਟੀ ਹੈ, ਮੈਂ ਕਲੀਅਰ ਹਾਂ। ਤਾਂ ਇਹ ਜਿਹੜੇ ਕੁਐਸਚਨ ਨੇ ਨਨ ਆਫ ਦੀਜ਼ ਵਾਲੇ, ਜਿਨ੍ਹਾਂ 'ਚ ਆਪਸ਼ਨ ਦੇ ਰੱਖੀ ਹੁੰਦੀ ਹੈ, ਇਸ ਦੇ ਵਿੱਚ ਥੋੜ੍ਹਾ ਜਿਹਾ ਕੇਅਰਫੁਲੀ ਕੰਮ ਕਰਨਾ ਹੁੰਦਾ। ਇਹਦੇ ਉੱਤੇ ਸੈਲਫ ਡਾਊਟ ਜਿਹੜਾ ਆਪਣਾ ਜ਼ਿਆਦਾ ਆ ਜਾਂਦਾ ਕਿ ਅਸੀਂ ਜਿਹੜਾ ਸਹੀ ਕੀਤੀ ਹੈ ਐਡੀਸ਼ਨ, ਜਦ ਕਿ ਇਹ ਬਹੁਤ ਈਜ਼ੀ ਕੁਐਸਚਨ ਹੈ। ਲੇਕਿਨ ਕਈ ਬੱਚੇ ਕਰਦੇ ਇਹਨੂੰ ਦੁਬਾਰਾ ਚੈੱਕ ਕਰਨ ਲੱਗ ਜਾਣਗੇ, ਦੁਬਾਰਾ ਚੈੱਕ ਕਰਨਗੇ, ਫਿਰ ਦੇਖਣਗੇ, ਫਿਰ ਹੋ ਸਕਦਾ ਉਹਨਾਂ ਦੇ ਮਨ 'ਚ ਡਾਊਟ ਆ ਜੇ ਵੀ ਯਾਰ 345.96 ਆ, ਹੋ ਸਕਦਾ 345.99 ਸਹੀ ਆਪਸ਼ਨ ਹੋਵੇ, ਮੈਂ ਇੱਥੇ ਕਿਤੇ ਗਲਤੀ ਤਾਂ ਨਹੀਂ ਕੀਤੀ, ਰੀਅਰੇਂਜ ਤਾਂ ਨਹੀਂ ਕੀਤਾ, ਜਾਂ ਫਿਰ ਹੋਰ ਤਰੀਕੇ ਨਾਲ ਤਾਂ ਨਹੀਂ ਇਹ ਹੋਣਾ ਗਾ। ਤਾਂ ਉੱਥੇ ਰਾਜੇ ਡਾਊਟ ਨਹੀਂ ਕਰਨਾ, ਸਿੰਪਲੀ ਕੁਐਸਚਨ ਜਿਹੜੇ ਤੁਹਾਡੀ ਐਬਿਲਿਟੀ ਨੂੰ ਚੈੱਕ ਕਰਨ ਵਾਸਤੇ ਪਾਏ ਜਾਂਦੇ ਨੇ। ਤਾਂ ਫੋਰਥ ਦੀ ਜਿਹੜੀ ਆਪਸ਼ਨ ਆਊਗੀ ਉਹ ਡੀ ਆਊਗੀ, ਨਨ ਆਫ ਦੀਸ, ਕਿਉਂਕਿ ਕੋਈ ਵੀ ਆਪਸ਼ਨ ਜਿਹੜੀ ਹੈ ਮੈਚ ਨਹੀਂ ਹੋ ਰਹੀ। ਫਿਫਥ ਸਾਡੇ ਕੋਲ ਜਿਹੜੀ ਕੁਐਸਚਨ ਦੇ ਰੱਖਿਆ ਰਾਜੇ, ਉਹ ਕਹਿੰਦੇ ਆ ਵੀ ਨਿਊਮੀਨੇਟਰ ਦੇ ਵਿੱਚ ਆ ਸਾਰੀ ਟਰਮ ਦੇ ਰੱਖੀ ਹੈ, ਡਿਨੋਮੀਨੇਟਰ 'ਚ ਆ ਸਾਰੀ ਟਰਮ ਦੇ ਰੱਖੀ ਹੈ, ਕਾਫੀ ਇਹਦੇ ਉੱਪਰ ਮਲਟੀਪਲੀਕੇਸ਼ਨ, ਸਬਟਰੈਕਸ਼ਨ, ਡਿਵੀਜ਼ੀਬਿਲਟੀ ਸਾਰਾ ਲੱਗ ਰਿਹਾ। ਪਰ ਜੇ ਤੁਸੀਂ ਇੱਕ ਧਿਆਨ ਨਾਲ ਇਸ ਪੈਟਰਨ ਨੂੰ ਦੇਖੋ ਤਾਂ ਪੈਟਰਨ ਕੀ ਬਣ ਰਿਹਾ, ਪੈਟਰਨ ਨੂੰ ਧਿਆਨ ਨਾਲ ਦੇਖੀਦਾ ਹੁੰਦਾ। ਪੈਟਰਨ ਇਹ ਬਣ ਰਿਹਾ, ਕਹਿੰਦੇ ਵੀ 343 ਦਾ ਕਿਊਬ ਬਣ ਰਿਹਾ, 13 ਦਾ ਕੀ ਬਣ ਰਿਹਾ ਸਾਡੇ ਕੋਲ ਕਿਊਬ, ਅਤੇ ਨੀਚੇ ਆਪਣੇ ਕੋਲ ਕੀ ਬਣ ਰਿਹਾ 343 ਦਾ ਸਕੇਅਰ ਪਲੱਸ 343 ਗੁਣਾ 13। ਇਸੇ ਤਰ੍ਹਾਂ ਕਿਉਂਕਿ ਇਹਨਾਂ ਦੇ ਵਿੱਚ ਦੋਨਾਂ ਵਿੱਚ ਕੋਈ ਵੀ ਪਾਵਰ ਐਡ ਨਹੀਂ ਹੋ ਰਹੀ, ਡਿਫਰੈਂਟ ਦੋਨੇ ਨੰਬਰਸ ਨੇ, ਅਤੇ ਨੀਚੇ ਕੀ ਬਣ ਰਿਹਾ ਉਹ ਤੋਂ ਬਾਅਦ 13 ਦਾ ਸਕੇਅਰ ਬਣ ਰਿਹਾ। ਹੁਣ ਜੇ ਮੈਂ ਕੀ ਕੀਤਾ ਤੁਹਾਨੂੰ ਸਮਝਾਉਣ ਵਾਸਤੇ, ਐਕਸ ਨੂੰ ਜਿਹੜਾ 343 ਮੰਨ ਲਿਆ ਅਤੇ ਵਾਈ ਨੂੰ ਮੰਨ ਲਿਆ ਮੈਂ 13, ਤਾਂ ਸਾਡੀਆਂ ਪੂਰੀ ਦੀ ਰਕਮ ਚੇਂਜ ਹੋ ਜੂਗੀ, ਇਹ ਬਣ ਜੂ ਐਕਸ ਕਿਊਬ ਮਾਈਨਸ ਵਾਈ ਕਿਊਬ, ਨੀਚੇ ਆ ਜੂ ਐਕਸ ਸਕੇਅਰ ਪਲੱਸ ਐਕਸ ਵਾਈ ਪਲੱਸ ਵਾਈ ਸਕੇਅਰ ਬਣ ਜੂ। ਐਕਸ ਕਿਊਬ ਮਾਈਨਸ ਵਾਈ ਕਿਊਬ, ਇਹਨੂੰ ਅਸੀਂ ਲਿਖ ਸਕਦੇ ਹਾਂ ਐਕਸ ਮਾਈਨਸ ਵਾਈ, ਐਕਸ ਸਕੇਅਰ ਪਲੱਸ ਐਕਸ ਵਾਈ ਪਲੱਸ ਵਾਈ ਸਕੇਅਰ ਦੇ ਇਕੁਅਲ। ਤੁਸੀਂ ਇਹਨੂੰ ਓਪਨ ਕਰੋਗੇ ਬਰੈਕਟ, ਐਕਸ ਕਿਊਬ ਮਾਈਨਸ ਵਾਈ ਕਿਊਬ ਤੁਹਾਡੇ ਕੋਲ ਬਚੂਗਾ। ਤਾਂ ਅਜੇ ਹੁਣ ਮੈਂ ਕੀ ਕਰੂੰਗਾ, ਇੱਥੇ ਲਿਖ ਦੂੰਗਾ, ਇਹਨੂੰ ਇੱਥੇ ਲਿਖ ਲੈਂਦੇ ਨੀਚੇ, ਤਾਂ ਆਪਣੇ ਕੋਲ ਆ ਜੂ ਐਕਸ ਮਾਈਨਸ ਵਾਈ, ਐਕਸ ਸਕੇਅਰ ਪਲੱਸ ਐਕਸ ਵਾਈ ਪਲੱਸ ਵਾਈ ਸਕੇਅਰ, ਅਤੇ ਡਿਨੋਮੀਨੇਟਰ ਦੇ ਵਿੱਚ ਸਾਨੂੰ ਐਕਸ ਸਕੇਅਰ ਪਲੱਸ ਐਕਸ ਵਾਈ ਪਲੱਸ ਵਾਈ ਸਕੇਅਰ ਆਲਰੇਡੀ ਬਣ ਗਿਆ। ਆਹ ਕੈਂਸਲ ਆਊਟ ਹੋ ਗਿਆ, ਆਨਸਰ ਕਿੰਨਾ ਆ ਗਿਆ ਐਕਸ ਮਾਈਨਸ ਵਾਈ। ਐਕਸ ਕਿੰਨਾ 343 ਅਤੇ ਵਾਈ ਕਿੰਨਾ 13, 343 ਦੇ ਵਿੱਚੋਂ ਅਸੀਂ 13 ਮਾਈਨਸ ਕੀਤੇ ਤਾਂ ਸਾਡੇ ਕੋਲ ਕਿੰਨਾ ਆ ਗਿਆ ਰਾਜੇ 330। ਤਾਂ ਸੀ ਜਿਹੜੀ ਆਪਸ਼ਨ ਸਾਡੀ ਕਰੈਕਟ ਹੋ ਜਾਂਦੀ ਹੈ। ਤਾਂ ਤੁਸੀਂ ਦੇਖੋ ਥੋੜ੍ਹੀ ਜਿਹੀ ਅਵੇਅਰਨੈਸ ਜਿਹੜੀ ਆ ਉਹ ਪੂਰੇ ਦਾ ਪੂਰਾ ਕੁਐਸਚਨ ਸੋਲਵ ਕਰ ਸਕਦੀ ਹੈ, ਪਰ ਤੁਹਾਨੂੰ ਥੋੜ੍ਹਾ ਜਿਹਾ ਪੇਪਰ ਦੇ ਵਿੱਚ ਕਈ ਕੁਐਸਚਨ ਦੇ ਵਿੱਚ ਪੈਟਰਨ ਫੋਲੋ ਹੁੰਦਾ ਇਸ ਤਰ੍ਹਾਂ। ਲੇਕਿਨ ਅਗਰ ਤੁਸੀਂ ਇਹਨੂੰ ਮਲਟੀਪਲਾਈ ਕਰਨ ਬੈਠ ਜਾਓ ਤਾਂ ਉਹ ਪੋਸੀਬਲ ਹੀ ਨਹੀਂ ਹੈ, ਇੰਨੀ ਮਲਟੀਪਲੀਕੇਸ਼ਨ ਪੋਸੀਬਲ ਹੀ ਨਹੀਂ ਹੈ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ, ਜੋ ਕਿ ਸਾਡਾ 6th ਕੁਐਸਚਨ ਹੈ। 6th ਕੁਐਸਚਨ ਦਾ ਜੇ ਥੋੜ੍ਹਾ ਜਿਹਾ ਸਟੇਟਮੈਂਟ ਟਾਈਪ ਹੈ, ਜਿਹਦੇ ਵਿੱਚ ਸਾਨੂੰ ਕਿਹਾ ਹੈਗਾ ਵੀ ਇੱਕ ਕੰਪਨੀ ਨੂੰ ਸਪੋਜ਼ ਕੰਮ ਦਿੱਤਾ ਗਿਆ ਪ੍ਰਿੰਟ ਟਾਈਪਿੰਗ ਦਾ। ਉਹਨੇ ਕੀ ਕੀਤਾ, ਪਹਿਲਾਂ ਇੱਕ ਬੰਦੇ ਨੂੰ ਦੇ ਦਿੱਤਾ ਟਾਈਪਿੰਗ ਦਾ ਕੰਮ। ਉਹ ਬੰਦਾ ਕੀ ਕਰਦਾ ਸੀ 8 ਮਿੰਟ ਲਾਉਂਦਾ ਸੀ ਇੱਕ ਪੇਜ ਨੂੰ ਜਿਹੜਾ ਟਾਈਪ ਕਰਨ ਦੇ ਵਿੱਚ। ਫਿਰ ਉਹ ਕਹਿੰਦੇ ਵੀ ਜੇ ਆਪਾਂ 1710 ਪੇਜ ਟਾਈਪ ਕਰਨੇ ਹੋਣ 1 ਘੰਟੇ ਦੇ ਵਿੱਚ ਤਾਂ ਦੱਸੋ ਵੀ ਕਿੰਨੇ ਬੰਦੇ ਲੱਗਣਗੇ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਰਾਜੇ, ਇੱਕ ਬੰਦੇ ਵਾਸਤੇ ਪਹਿਲਾਂ ਹੁਣ ਦੇਖੋ ਇੱਥੇ ਸਾਡੇ ਕੋਲ ਇੱਕ ਪ੍ਰੋਬਲਮ ਕੀ ਆ ਗਈ, ਜਿਹੜਾ ਇੱਕ ਬੰਦਾ ਹੈ ਉਹਦੇ ਵਾਸਤੇ ਜਿਹੜਾ ਟਾਈਮ ਹੈ ਸਾਨੂੰ 8 ਮਿੰਟ ਦੇ ਰੱਖਿਆ, ਲੇਕਿਨ ਸਾਨੂੰ ਇੱਥੇ ਜਿਹੜਾ ਟਾਈਮ ਆ ਉਹ 1 ਘੰਟਾ ਦੇ ਰੱਖਿਆ 1 ਆਵਰ, ਜਾਂ ਫਿਰ ਇਹਨੂੰ ਅਸੀਂ ਮਿੰਟ 'ਚ ਕਨਵਰਟ ਕਰੀਏ ਤਾਂ 60 ਮਿੰਟ ਦੇ ਵਿੱਚ ਦੇ ਰੱਖਿਆ। ਤਾਂ ਇਹ ਦੋਨੇ ਕੜੀਆਂ, ਪਹਿਲੀ ਕੜੀ ਅਤੇ ਦੂਸਰੀ ਕੜੀ, ਕਹਿਣ ਦਾ ਮਤਲਬ ਇਹ ਦੋ ਸਟੇਟਮੈਂਟ ਬਣ ਗਈਆਂ। ਇੱਕ ਤਾਂ ਇੱਕ ਬੰਦੇ ਵਾਸਤੇ ਅਤੇ ਦੂਸਰੀ ਸਟੇਟਮੈਂਟ ਬਣ ਗਈ ਬਹੁਤ ਸਾਰੇ ਬੰਦਿਆਂ ਵਾਸਤੇ, ਬਹੁਤ ਸਾਰੇ ਵਰਕਰਸ ਵਾਸਤੇ। ਅਤੇ ਜਿਹੜੀ ਪਹਿਲੀ ਸਟੇਟਮੈਂਟ ਹੈ ਅਤੇ ਦੂਸਰੀ ਸਟੇਟਮੈਂਟ ਹੈ ਇਹਦਾ ਆਪਸ 'ਚ ਲਿੰਕ ਨਹੀਂ ਜੁੜ ਰਿਹਾ। ਤਾਂ ਲਿੰਕ ਬਣਾਉਣ ਲਈ ਅਸੀਂ ਕੀ ਕਰਾਂਗੇ, ਦੋਨਾਂ ਨੂੰ ਜਿਹੜਾ ਸੇਮ ਲੈਵਲ 'ਤੇ ਲੈ ਕੇ ਆਵਾਂਗੇ। ਕਹਿਣ ਦਾ ਮਤਲਬ ਹੈ ਰਾਜੇ ਵੀ ਅਸੀਂ ਇੱਥੇ ਇਹ 8 ਮਿੰਟਾਂ ਲਈ ਇੱਕ ਬੰਦੇ ਦਾ ਕੰਮ ਨਾਪ ਰਹੇ ਹਾਂ, ਉਹਨੂੰ ਅਸੀਂ ਅਗਰ 60 ਮਿੰਟਾਂ ਦੇ ਉੱਪਰ ਨਾਪੀਏ, ਕਹਿਣ ਦਾ ਮਤਲਬ 1 ਘੰਟੇ ਦੇ ਉੱਪਰ ਨਾਪੀਏ, ਤਾਂ ਦੋਨੇ ਜਿਹੜੀ ਕੜੀਆਂ ਨੇ, ਦੋਨੇ ਸਟੇਟਮੈਂਟਸ ਨੇ ਉਹ ਜੁੜ ਜਾਣਗੀਆਂ। ਕਿਸ ਤਰ੍ਹਾਂ ਮੈਂ ਦੇਖੋ ਕਿਵੇਂ ਇਸ ਨੂੰ ਸੋਲਵ ਕਰਦਾ। ਸਭ ਤੋਂ ਪਹਿਲਾਂ ਮੈਂ ਇੱਕ ਪਰਸਨ ਦੀ ਗੱਲ ਕਰ ਰਿਹਾ। ਇੱਕ ਪਰਸਨ ਦੀ ਗੱਲ ਕਰੀਏ ਤਾਂ ਉਹ ਕੀ ਕਰਦਾ 8 ਮਿੰਟ ਦੇ ਵਿੱਚ ਇੱਕ ਪੇਜ ਜਿਹੜਾ ਟਾਈਪ ਕਰਦਾ ਗਾ, ਠੀਕ ਹੈ, ਇੱਕ ਪੇਜ ਟਾਈਪ ਕਰਦਾ। ਅਤੇ 1 ਮਿੰਟ ਦੇ ਵਿੱਚ ਉਹ ਕਿੰਨੇ ਪੇਜ ਟਾਈਪ ਕਰੂਗਾ 1/8। ਅਤੇ ਜੇ ਗੱਲ ਕਰੀਏ 1 ਘੰਟੇ ਦੀ, ਕਿਉਂਕਿ ਅਸੀਂ 1 ਘੰਟੇ ਦੀ ਕੜੀ ਨੂੰ ਜਿਹੜਾ ਜੋੜਨਾ ਹੈ ਦੋਨੇ ਸੂਤਰਾਂ ਦੇ ਨਾਲ, ਦੋਨੇ ਸਟੇਟਮੈਂਟਸ ਦੇ ਨਾਲ, ਤਾਂ ਆਪਣੇ ਕੋਲ ਆ ਜਾਊਗਾ ਜੇ 1/8 × 60, ਕਿਉਂਕਿ ਮਿੰਟ ਨੇ, ਕਿਉਂਕਿ ਇੱਥੇ ਵੀ ਮਿੰਟ ਹੈ, ਅਸੀਂ ਮਿੰਟ ਦੀ ਗੱਲ ਹੀ ਕਰਾਂਗੇ ਜਿਹਨੂੰ ਅਸੀਂ 1 ਘੰਟਾ ਵੀ ਕਹਿ ਸਕਦੇ ਹਾਂ। ਤਾਂ ਇਹ ਆਪਣੇ ਕੋਲ ਇੱਕ ਬੰਦੇ ਦਾ ਕੰਮ ਆ ਗਿਆ 1 ਘੰਟੇ ਦਾ। ਹੁਣ ਅਸੀਂ ਬਹੁਤ ਸਾਰੇ ਬੰਦਿਆਂ ਦਾ ਕੰਮ 1 ਘੰਟੇ ਦਾ ਦੇਖਣਾ ਵੀ ਉਹ ਇੰਨੇ ਪੇਜ ਜਿਹੜੇ ਆ ਕਿੰਨੇ ਬੰਦੇ ਬਣਾ ਸਕਦੇ ਨੇ, ਠੀਕ ਹੈ। ਆਹ ਬਹੁਤ ਸਾਰੇ ਬੰਦਿਆਂ ਦਾ ਕੰਮ ਹੈ, ਇਕੱਲਾ ਬੰਦਾ ਤਾਂ ਇੰਨੇ ਪੇਜ ਬਣਾ ਹੀ ਨਹੀਂ ਸਕਿਆ। ਦੇਖੋ
ਇੱਕ ਬੰਦਾ ਤਾਂ 60/8 ਜਦੋਂ ਕਰੋਗੇ 1710 ਤਾਂ ਬਣੂਗਾ ਨਹੀਂ ਨਾ। ਤਾਂ ਇੱਥੇ ਰਾਜੇ ਸਾਡੀ ਕੜੀ ਜੁੜ ਗਈ ਇਸ ਘੰਟੇ ਦੇ ਨਾਲ 1 ਆਵਰ ਜਾਂ ਫਿਰ 60 ਮਿੰਟ ਜਿਹੜਾ ਸਾਡਾ ਕਾਮਨ ਜਿਹੜਾ ਪੁਆਇੰਟ ਹੋ ਗਿਆ। ਇਸ ਪੁਆਇੰਟ ਦਾ ਯੂਜ਼ ਕਰਕੇ ਅਸੀਂ ਨੰਬਰ ਆਫ ਵਰਕਰ ਜਾਂ ਨੰਬਰ ਆਫ ਮੈਨ ਪਤਾ ਕਰਾਂਗੇ। ਠੀਕ ਹੈ, ਤਾਂ ਦੇਖੋ ਰਾਜੇ 60/8 ਪੇਜ ਕਿੰਨੇ ਬੰਦੇ ਬਣਾ ਰਹੇ ਨੇ, ਸਿਰਫ ਇੱਕ ਮੈਨ ਬਣਾ ਰਿਹਾ ਇਹਨੂੰ ਕਿੰਨੇ ਟਾਈਮ 'ਚ 1 ਘੰਟੇ, ਜੋ ਕਿ ਸਾਡੀ ਕਾਮਨ ਕੜੀ ਹੈ। ਤਾਂ ਤੁਸੀਂ ਹਮੇਸ਼ਾ ਇਹ ਕਰਿਆ ਕਰੋ, ਕਾਮਨ ਜਿਹੜਾ ਪੁਆਇੰਟ 'ਤੇ ਲੈ ਕੇ ਆਇਆ ਕਰੋ। ਅਗਰ ਦੋ ਅਲੱਗ-ਅਲੱਗ ਸਟੇਟਮੈਂਟਸ ਨੇ ਤਾਂ 60/8 ਪੇਜ ਇੱਕ ਬੰਦਾ ਬਣਾ ਰਿਹਾ, ਅਤੇ ਇੱਕ ਪੇਜ ਕਿੰਨੇ ਬੰਦੇ ਬਣਾਉਣਗੇ, ਕਿਉਂਕਿ ਅਸੀਂ ਨੰਬਰ ਆਫ ਮੈਨ ਪਤਾ ਕਰਨੇ ਨੇ। ਤਾਂ 1 × 8/60 ਮੈਨ ਹੈ ਨਾ। ਅਤੇ ਪਰ ਸਾਨੂੰ ਕਿੰਨੇ ਪੇਜ ਦਿੱਤੇ ਨੇ, 1710 ਪੇਜ ਕਿਹਾ ਗਿਆ ਵੀ ਜੇ 1710 ਪੇਜ ਬਣਾਉਣੇ ਨੇ ਤਾਂ ਕਿੰਨੇ ਬੰਦੇ ਜਿਹੜਾ ਬਣਾ ਪਾਉਣਗੇ। ਤਾਂ ਉਹ ਆ ਜਾਊਗਾ ਆਪਣੇ ਕੋਲ, ਜਦੋਂ ਇਹਨੂੰ ਸੋਲਵ ਕਰੋਗੇ ਤਾਂ ਆਪਣੇ ਕੋਲ 228 ਮੈਨ ਆ ਜਾਣਗੇ। ਠੀਕ ਹੈ ਜੀ, ਬੜਾ ਹੀ ਸਿੰਪਲ ਜਿਹਾ ਕੰਸੈਪਟ ਸੀ, ਲੇਕਿਨ ਇੱਕ ਕਾਮਨ ਪੁਆਇੰਟ ਹੋਣਾ ਜ਼ਰੂਰੀ ਸੀ ਜੋ ਕਿ ਅਸੀਂ 1 ਆਵਰ ਨੂੰ ਬਣਾਇਆ। ਹੁਣ ਇੱਕ ਮੈਨ ਵਾਸਤੇ ਵੀ 1 ਘੰਟੇ ਦਾ ਕੰਮ ਕੱਢ ਲਿਆ, ਅਤੇ ਅਸੀਂ ਮਲਟੀਪਲ ਪਰਸਨ 228 ਪਰਸਨ ਵਾਸਤੇ 1 ਘੰਟੇ ਦਾ ਕੰਮ ਆਲਰੇਡੀ ਗਿਵਨ ਸੀ 1710 ਪੇਜ। ਤਾਂ ਜਿਹੜਾ ਇਹਦਾ ਕਰੈਕਟ ਆਪਸ਼ਨ ਹੈ ਜੀ ਉਹ ਹੈਗੀ ਨਨ ਆਫ ਦੀਸ। ਇੱਕ ਤਾਂ ਉੱਪਰ ਦੀ ਸਟੇਟਮੈਂਟ ਕੁਐਸਚਨ, ਉੱਪਰ ਦੀ ਇਹਨਾਂ ਨੇ ਨਨ ਆਫ ਦੀਸ ਦੇ ਰੱਖਿਆ। ਤਾਂ ਇਹ ਬੜਾ ਹੀ ਔਖਾ ਬਣ ਜਾਂਦਾ ਤੁਹਾਡੇ ਲਈ ਪੇਪਰ ਦੇ ਵਿੱਚ ਜਿਹੜਾ ਇਹਨੂੰ ਸੋਲਵ ਕਰ ਪਾਉਣਾ। ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਿਓ, ਆਪਣੇ ਉੱਪਰ ਵਿਸ਼ਵਾਸ ਰੱਖਿਓ, ਕੋਈ ਵੀ ਸਵਾਲ ਜਿਹੜਾ ਗਲਤ ਨਹੀਂ ਹੋ ਸਕਦਾ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ, ਜੋ ਕਿ ਸਾਡੇ ਕੋਲ ਹੈ 7ਵਾਂ ਸਵਾਲ। ਕਹਿੰਦੇ ਸੋਲਵ ਕਰੋ ਇਸ ਸਾਰੀ ਆਪਰੇਸ਼ਨਸ ਨੂੰ ਅਤੇ ਆਨਸਰ ਦੱਸੋ, ਕੁਐਸਚਨ ਮਾਰਕ ਕਿੰਨਾ ਹੋਊਗਾ। ਕੁਐਸਚਨ ਮਾਰਕ ਨੂੰ ਸਭ ਤੋਂ ਪਹਿਲਾਂ ਅਸੀਂ ਐਕਸ ਚੂਜ਼ ਕਰ ਲੈਂਦੇ ਹਾਂ, ਤਾਂ ਕਿ ਸਾਨੂੰ ਇੱਕ ਨੰਬਰ ਮਿਲ ਜੇ। XYZ ਜੋ ਵੀ ਤੁਸੀਂ ਚੂਜ਼ ਕਰ ਸਕਦੇ ਹੋ, ਤਾਂ ਅਸੀਂ ਉਹਦੀ ਵੈਲਿਊ ਪਤਾ ਕਰਨੀ ਹੈ। ਪਹਿਲਾ ਸਟੈਪ ਕੀ ਹੋਊਗਾ, ਜੋ ਵੀ ਸਾਡੇ ਕੋਲ ਡਿਵੀਜ਼ਨ ਦੇ ਜਿਹੜੇ ਇਹ ਆਪਰੇਸ਼ਨ ਲੱਗੇ ਹੋਏ ਨੇ, ਮੈਂ ਇਹਨੂੰ ਕਨਵਰਟ ਕਰ ਲੂँਗਾ ਮਲਟੀਪਲੀਕੇਸ਼ਨ ਦੇ ਵਿੱਚ। ਤੁਹਾਨੂੰ ਕਹਿ ਦੇਣ ਕਿ 7 ਨੂੰ ਜਿਹੜਾ ਡਿਵਾਈਡ ਕਰਨਾ 2 ਦੇ ਨਾਲ, ਤਾਂ ਮੈਂ ਇਹਨੂੰ ਲਿਖ ਸਕਦਾ 7 × 1/2, ਕਿਉਂਕਿ ਇਹਦੇ ਨਾਲ ਈਜ਼ੀ ਹੋ ਜਾਂਦਾ, ਥੋੜ੍ਹਾ ਜਿਹਾ ਕੈਲਕੂਲੇਸ਼ਨ ਈਜ਼ੀ ਹੋ ਜਾਂਦੀ ਹੈ। ਕੋਈ ਵੀ ਚੀਜ਼ ਕੈਂਸਲ ਹੋਣੀ ਹੈ ਤਾਂ ਉਹ ਕੈਂਸਲ ਹੋ ਜਾਂਦੀ ਹੈ, ਨਹੀਂ ਤਾਂ ਇੱਦਾਂ ਪਤਾ ਹੀ ਨਹੀਂ ਚੱਲਦਾ ਕਿ ਕਿਹੜੀ ਰਕਮ ਕਿਹਦੇ ਨਾਲ ਕੈਂਸਲ ਹੋ ਰਹੀ ਹੈ। ਅਤੇ ਕੁਐਸਚਨ ਮਾਰਕ ਨੂੰ ਮੈਂ ਜਿਹੜਾ ਰਾਜੇ ਐਕਸ ਨਾਲ ਰਿਪਰਜੈਂਟ ਕਰ ਰਿਹਾ। ਅਤੇ 15 ਦੀ ਜਗ੍ਹਾ 'ਤੇ ਡਿਵੀਜ਼ਨ 15 ਦੀ ਜਗ੍ਹਾ 'ਤੇ ਮੈਂ ਕੀ ਲਿਖ ਲਿਆ 1/15। ਦੂਸਰੀ ਸਾਈਡ ਵੀ ਅਸੀਂ ਕੀ ਕਰਾਂਗੇ, ਇਸੇ ਤਰ੍ਹਾਂ 5/4 ਦੀ ਜਗ੍ਹਾ ਕੀ ਲਿਖ ਲਾਂਗੇ 10 ਆ ਜਾਊਗਾ, ਇੰਟੂ 1/6 + 0.3। ਅਗਰ ਗੱਲ ਕਰੀਏ 15 ਅਤੇ 27, ਇਹ ਦੋਨੇ 3 ਦੇ ਟੇਬਲ 'ਤੇ ਕੱਟੇ ਜਾਣਗੇ, ਤਾਂ ਆਪਣੇ ਕੋਲ ਆ ਜਾਊਗਾ ਇੱਥੇ 9 ਅਤੇ ਇੱਥੇ 5। ਇਹ ਆ ਜੇ ਆਪਣੇ ਕੋਲ ਕੀ ਆ ਜਾਊਗਾ 9 ਦੇ ਟੇਬਲ 'ਤੇ 9 × 6 = 54, ਅਤੇ ਆਪਣੇ ਕੋਲ ਰਾਜੇ ਕੀ ਆਨਸਰ ਆ ਗਿਆ, √ of 9x/25 = 0.9 + 0.3। 0.9 + 0.3 ਸਾਡੇ ਕੋਲ ਕਿੰਨਾ ਆ ਗਿਆ 1.2 ਆ ਗਿਆ ਹੈ ਨਾ। ਹੁਣ ਦੇਖੋ 9/25 ਇਹਨਾਂ ਦਾ ਸਕੇਅਰ ਰੂਟ ਐਗਜ਼ਿਸਟ ਕਰਦੇ ਨੇ, ਮਤਲਬ ਪ੍ਰੋਪਰ ਸਕੇਅਰ ਇਹਨਾਂ ਦੇ ਕੈਂਸਲ ਆਊਟ ਹੋ ਗਏ ਆਪਣੇ ਕੋਲ ਸੋਲਵ। ਤਾਂ ਆਪਣੇ ਕੋਲ ਕਿੰਨਾ ਆ ਗਿਆ 3/5 √x, ਜੋ ਕਿ ਬਰਾਬਰ ਆ ਗਿਆ 1.2 ਦੇ। √x ਸਾਡੇ ਕੋਲ ਕਿਹਦੇ ਬਰਾਬਰ ਆ ਗਿਆ 1.2 × 5/3। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਆਨਸਰ ਕਿੰਨਾ ਆ ਜਾਊਗਾ ਰਾਜੀ, ਆਪਣੇ ਕੋਲ ਕੈਂਸਲ ਆਊਟ ਹੋ ਕੇ ਇਹ ਆ ਜਾਊਗਾ ਆਪਣੇ ਕੋਲ 2 ਆ ਜਾਊਗਾ। ਤਾਂ x ਦੀ ਵੈਲਿਊ ਕਿੰਨੀ ਆ ਗਈ 2 ਦਾ ਸਕੇਅਰ ਯਾਨੀ ਕਿ 4। ਤਾਂ ਆਪਣੀ ਡੀ ਆਪਸ਼ਨ ਕਰੈਕਟ ਹੈ। ਕੁਝ ਨਹੀਂ ਸੀ, ਸਿਰਫ ਬੇਸਿਕ ਕੈਲਕੂਲੇਸ਼ਨ ਸੀਗੀਆਂ 7th ਕੁਐਸਚਨ ਦੇ ਵਿੱਚ। ਅੱਗੇ ਵੱਧਦੇ ਹਾਂ ਰਾਜੇ 8th ਕੁਐਸਚਨ ਦੇ ਵਿੱਚ। 8th ਕੁਐਸਚਨ ਦੀ ਸਟੇਟਮੈਂਟ ਨੂੰ ਪੜ੍ਹਦੇ ਹਾਂ। ਕਹਿੰਦੇ ਦਾ ਐਵਰੇਜ ਮੰਥਲੀ ਇਨਕਮ ਆਫ P and Q is this one. The average monthly income of Q and R is this one. The average income of P and R is this one. The monthly income of P is, P ਦੀ ਮੰਥਲੀ ਇਨਕਮ ਪਤਾ ਕਰਨੀ ਹੈ। ਦੇਖੋ ਐਵਰੇਜ ਨੂੰ ਅਸੀਂ ਕੀ ਕਰ ਦਿੰਦੇ ਹਾਂ, ਮੀਨ ਦਾ ਨਾਮ ਦੇ ਦਿੰਦੇ ਹਾਂ। ਸਾਨੂੰ ਪਤਾ ਕਿ ਐਵਰੇਜ ਕਿਹਦੇ ਬਰਾਬਰ ਹੁੰਦੀ ਹੈ, ਜਾਂ ਫਿਰ ਆਪਾਂ ਕਹਿ ਦਈਏ ਮੀਨ ਕੀ ਹੁੰਦਾ, ਸਮ ਆਫ ਆਲ ਵੈਲਿਊਜ਼। ਸਮ ਆਫ ਆਲ ਵੈਲਿਊਜ਼ ਨੂੰ ਡਿਵਾਈਡ ਕਰ ਦਾਂਗੇ ਨੰਬਰ ਆਫ ਵੈਲਿਊਜ਼ ਦੇ ਨਾਲ। ਜਿੰਨੀਆਂ ਟਰਮਸ ਨੇ ਉਹਨਾਂ ਸਾਰਿਆਂ ਦਾ ਸਮ ਅਤੇ ਡਿਵਾਈਡ ਕਰ ਦਾਂਗੇ ਨੰਬਰ ਆਫ ਵੈਲਿਊਜ਼ ਦੇ ਨਾਲ। ਇਹਦੇ ਨਾਲ ਅਸੀਂ ਐਵਰੇਜ ਕਹਿ ਲਈਏ ਜਾਂ ਫਿਰ ਮੀਨ ਕਹਿ ਲਈਏ, ਕੈਲਕੂਲੇਟ ਕਰਦੇ ਹੁੰਦੇ ਹਾਂ। ਇਸ ਫਾਰਮੂਲੇ ਨੂੰ ਜੇ ਅਸੀਂ ਰੀਅਰੇਂਜ ਕਰੀਏ ਤਾਂ ਸਾਡੇ ਕੋਲ ਨੰਬਰ ਆਫ ਵੈਲਿਊਜ਼ ਮਲਟੀਪਲਾਈ ਬਾਏ ਐਵਰੇਜ ਬਰਾਬਰ ਆ ਜਾਊਗਾ ਸਮ ਆਫ ਵੈਲਿਊਜ਼ ਦੇ। ਕਿਉਂ ਕੀਤਾ ਇਹ ਜ਼ਰੂਰੀ ਸੀਗਾ ਕਰਨਾ, ਕਿਉਂਕਿ ਸਾਡੇ ਕੋਲ ਨੰਬਰ ਆਫ ਵੈਲਿਊਜ਼ ਵੀ ਪਤਾ ਹੈ, ਐਵਰੇਜ ਵੀ ਪਤਾ, ਲੇਕਿਨ ਸਮ ਨਹੀਂ ਪਤਾ। ਅਗਰ ਅਸੀਂ ਸਮ ਕੱਢ ਲਾਂਗੇ ਤਾਂ ਉਹ ਆਪਣੇ ਕੋਲ ਇੱਕ ਇਕੁਏਸ਼ਨ ਦਾ ਰੂਪ ਬਣ ਜਾਊਗਾ, ਜਿਨ੍ਹਾਂ ਨੂੰ ਸੋਲਵ ਕਰਕੇ ਅਸੀਂ P ਦੀ ਵੈਲਿਊ ਕੱਢ ਲਾਂਗੇ। ਤਾਂ ਇੱਥੇ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਅਸੀਂ ਕਰਾਂਗੇ P and Q ਦੀ ਗੱਲ। P and Q ਦੀ ਗੱਲ ਕਰੀਏ ਤਾਂ ਨੰਬਰ ਆਫ ਵੈਲਿਊਜ਼ ਕਿੰਨੀਆਂ ਨੇ ਸਾਡੇ ਕੋਲ 2, ਅਤੇ ਐਵਰੇਜ ਕਿੰਨੀ ਦੇ ਰੱਖੀ ਆ ਉਹਨਾਂ ਦੀ ਇਨਕਮ ਦੀ 50। ਅਤੇ ਇਹ ਕੀ ਆ ਜਾਊ ਆਪਣੇ ਕੋਲ P + Q ਦੇ ਬਰਾਬਰ ਆ ਜਾਊ। ਅਤੇ ਜੇ ਅਸੀਂ ਗੱਲ ਕਰੀਏ
ਨੈਕਸਟ ਕਿਊ ਐਂਡ ਆਰ ਦੀ, ਤਾਂ ਉਹ ਵੀ ਆਪਣੇ ਕੋਲ ਨੰਬਰ ਆਫ ਵੈਲਿਊਜ਼ 2 ਨੇ ਅਤੇ 6250 ਸਾਨੂੰ ਕੀ ਦੇ ਰੱਖਿਆ, ਉਹਨਾਂ ਦੀ ਐਵਰੇਜ ਜਿਹੜੀ ਇਨਕਮ ਦੇ ਰੱਖੀ ਹੈ, ਅਤੇ ਇਹ ਆ ਜੋ ਰਾਜੇ ਆਪਣੇ ਕੋਲ ਕਿਊ ਪਲੱਸ ਆਰ। ਨੈਕਸਟ ਅਸੀਂ ਗੱਲ ਕਰੀਏ ਐਵਰੇਜ ਇਨਕਮ ਪੀ ਐਂਡ ਆਰ ਦੀ, ਉਹ ਆਪਣੇ ਕੋਲ ਕਿੰਨੀ ਦੇ ਰੱਖੀ ਹੈ 5200, ਅਤੇ ਇਹਨਾਂ ਦਾ ਜੋੜ ਕੀ ਆ ਜੂ ਆਪਣੇ ਕੋਲ ਪੀ ਪਲੱਸ ਆਰ। ਇਹ ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਪੀ ਐਂਡ ਆਰ ਦੀ। ਤਾਂ ਅਸੀਂ ਇਕੱਲੇ ਪਰਸਨ ਦੀ ਜਿਹੜੀ ਮੰਥਲੀ ਇਨਕਮ ਜਿਹੜੀ ਆ ਉਹ ਯੂਜ਼ ਕਰਕੇ, ਐਵਰੇਜ ਉਹਦੀ ਯੂਜ਼ ਕਰਕੇ ਅਸੀਂ ਸਮ ਕੱਢ ਲਿਆ ਵੀ ਪੀ ਅਤੇ ਕਿਊ ਦੀ ਇਨਕਮ ਕਿੰਨੀ ਹੈ, ਕਿਊ ਅਤੇ ਆਰ ਦੀ ਇਨਕਮ ਕਿੰਨੀ ਹੈ, ਅਤੇ ਪੀ ਅਤੇ ਆਰ ਦੀ ਇਨਕਮ ਕਿੰਨੀ ਹੈ। ਅਗਰ ਗੱਲ ਕਰੀਏ ਪੀ ਪਲੱਸ ਕਿਊ ਦੀ, ਤਾਂ ਪੀ ਪਲੱਸ ਕਿਊ ਆ ਗਿਆ ਸਾਡੇ ਕੋਲ ਇਹ ਆਊ ਆਪਣੇ ਕੋਲ 10100, ਅਤੇ ਅਗਰ ਗੱਲ ਕਰੀਏ ਜੇ ਕਿਊ ਅਤੇ ਆਰ ਦੀ, ਤਾਂ ਉਹ ਆ ਜਾਊ ਆਪਣੇ ਕੋਲ 12500, ਅਤੇ ਜੇ ਗੱਲ ਕਰੀਏ ਆਪਣੇ ਕੋਲ ਪੀ ਪਲੱਸ ਆਰ ਦੀ, ਤਾਂ ਉਹ ਆ ਜਾਊ ਆਪਣੇ ਕੋਲ 10400। ਹੁਣ ਆਪਣੇ ਕੋਲ ਫਸਟ ਇਕੁਏਸ਼ਨ, ਸੈਕਿੰਡ ਇਕੁਏਸ਼ਨ, ਥਰਡ ਇਕੁਏਸ਼ਨ। ਫਸਟ, ਸੈਕਿੰਡ ਅਤੇ ਥਰਡ ਨੂੰ ਅਗਰ ਅਸੀਂ ਐਡ ਕਰ ਦਈਏ ਤਾਂ ਆਪਣੇ ਕੋਲ 2p 2q ਅਤੇ 2r ਜੋ ਬਰਾਬਰ ਆ ਜਾਊਗਾ, ਇਹਨਾਂ ਤਿੰਨਾਂ ਦਾ ਐਡ ਕਰਕੇ ਆਪਣੇ ਕੋਲ ਆ ਜਾਊਗਾ ਜੀ 33000 ਆ ਜਾਊ। ਅਤੇ ਪੀ ਪਲੱਸ ਕਿਊ ਪਲੱਸ ਆਰ ਆਪਣੇ ਕੋਲ ਕਿੰਨਾ ਆ ਜਾਊ, ਮਤਲਬ ਜਿੰਨੇ ਬੰਦੇ ਸੀਗੇ ਤਿੰਨੇ ਬੰਦੇ, ਉਹਨਾਂ ਦਾ ਐਡ ਕਰਕੇ ਆਪਣੇ ਕੋਲ ਕਿੰਨਾ ਆ ਗਿਆ 16500। ਤਾਂ ਤਿੰਨੇ ਬੰਦਿਆਂ ਦੀ ਜਿਹੜੀ ਆਪਣੇ ਕੋਲ ਇਨਕਮ ਆ ਗਈ ਜੋੜ ਕੇ, ਉਹ ਆ ਗਈ 16500। ਤਾਂ ਇਹ ਆਪਣੇ ਕੋਲ ਜੀ ਹੁਣ ਤਿੰਨ ਬੰਦਿਆਂ ਦੇ ਆ ਗਈ, ਲੇਕਿਨ ਆਪਾਂ ਨੂੰ ਕਿਹਦੀ ਚਾਹੀਦੀ ਹੈ, ਪੀ ਦੀ। ਤੁਸੀਂ ਹੁਣ ਮੰਨ ਲਓ ਇੱਥੇ ਤੁਹਾਨੂੰ ਕਿਊ ਦੀ ਕਿਹਾ ਹੋਵੇ, ਆਰ ਦੀ ਕਿਹਾ ਹੋਵੇ, ਅਤੇ ਜੇ ਤੁਹਾਡੇ ਕੋਲ ਫੋਰਥ ਇਕੁਏਸ਼ਨ ਜੇ ਤੁਸੀਂ ਪਤਾ ਕਰ ਲਈ, ਤਾਂ ਤੁਸੀਂ ਕਿਸੇ ਵੀ ਬੰਦੇ ਦੀ ਜਿਹੜੀ ਇਨਕਮ ਜਿਹੜੀ ਹੈ ਮੰਥਲੀ ਪਤਾ ਕਰ ਸਕਦੇ ਹੋ। ਤਾਂ ਕਹਿਣ ਦਾ ਮਤਲਬ ਜੇ ਤੁਹਾਨੂੰ ਟੋਟਲ ਪਤਾ ਲੱਗ ਗਈ, ਟੋਟਲ ਦੇ ਵਿੱਚੋਂ ਮਾਈਨਸ ਕਰ ਦਾਂਗੇ 2 ਨੂੰ, ਤਾਂ 1 ਦੀ ਬਚ ਜੂਗੀ, ਜਿਹਦੀ ਬਚਾਉਣੀ ਹੈ ਉਹਨੂੰ ਛੱਡ ਕੇ ਬਾਕੀ ਦੋਨਾਂ ਦੀ ਉਸ 'ਚੋਂ ਮਾਈਨਸ ਕਰ ਦਾਂਗੇ, ਤਾਂ ਬਾਕੀ ਦੋਨੇ ਸਿਰਫ ਆਪਣੇ ਕੋਲ ਸੈਕਿੰਡ ਇਕੁਏਸ਼ਨ ਦੇ ਵਿੱਚ ਨੇ। ਤਾਂ 4 ਮਾਈਨਸ ਜਦੋਂ ਅਸੀਂ 3 ਕੀਤਾ, ਤਾਂ ਸਾਡੇ ਕੋਲ ਪੀ ਕਿਹਦੇ ਬਰਾਬਰ ਆ ਗਿਆ ਜੀ 16500 ਮਾਈਨਸ 12500, ਤਾਂ ਆਨਸਰ ਕਿੰਨਾ ਆ ਗਿਆ ₹4000। ਤਾਂ ਪੀ ਦੀ ਇਨਕਮ ਕਿੰਨੀ ਹੈ 4000। ਇਸ ਤਰ੍ਹਾਂ ਤੁਸੀਂ ਜਿਹੜੇ ਇੱਦਾਂ ਦੇ ਕੁਐਸਚਨ ਸੋਲਵ ਕਰ ਸਕਦੇ ਹੋ ਬੜੇ ਹੀ ਆਸਾਨੀ ਦੇ ਨਾਲ। ਨੈਕਸਟ ਆ ਰਾਜੇ ਸਾਡੇ ਕੋਲ 9ਵਾਂ ਸਵਾਲ। 9ਵਾਂ ਪ੍ਰਸ਼ਨ ਸਾਡੇ ਕੋਲ ਕੀ ਕਹਿੰਦਾ, ਇਹਦੇ ਵਿੱਚ ਸਾਡੀ ਜਿਹੜੀ ਸਟੇਟਮੈਂਟ ਹੈ ਥੋੜੀ ਕਨਫਿਊਜ਼ਿੰਗ ਹੈ। ਕਹਿੰਦੇ ਇਹ 2 ਡਿਜਿਟ ਨੰਬਰ, ਸਾਡੇ ਕੋਲ ਇੱਕ 2 ਡਿਜਿਟ ਨੰਬਰ ਹੈ ਜੋ ਕਿ 7 ਗੁਣਾ 7 ਟਾਈਮਸ ਹੈ ਸਮ ਆਫ 2 ਡਿਜਿਟਸ ਦੇ। ਥੋੜਾ ਜਿਹਾ ਕਨਫਿਊਜ਼ਿੰਗ ਹੈ, ਇਹਨੂੰ ਅਸੀਂ ਸਿੰਪਲ ਕਿਵੇਂ ਬਣਾਈਏ। ਅਗਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ 2 ਡਿਜਿਟਸ ਦੀ, ਤਾਂ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਕੋਲ 2 ਡਿਜਿਟਸ ਕਿਹੜੇ ਹੁੰਦੇ ਆ। ਇੱਕ ਹੁੰਦਾ ਰਾਜੇ ਯੂਨਿਟ ਪਲੇਸ ਦੇ ਉੱਪਰ, ਜਿਹਨੂੰ ਅਸੀਂ y ਮੰਨ ਲਿਆ, ਠੀਕ ਹੈ ਜੀ। ਇੱਕ ਹੁੰਦਾ ਸਾਡੇ ਕੋਲ ਟੈਂਸ ਪਲੇਸ ਦੇ ਉੱਪਰ, ਜਿਹਨੂੰ ਅਸੀਂ x ਕਹਿ ਲਿਆ ਸਪੋਜ਼। ਤਾਂ ਜਿਹੜਾ ਨੰਬਰ ਆਊਗਾ ਸਾਡੇ ਕੋਲ, ਰਾਜੇ ਜਿਹੜਾ 2 ਡਿਜਿਟ ਨੰਬਰ ਆਊਗਾ ਸਾਡੇ ਕੋਲ, ਉਹ ਕੀ ਆਊਗਾ 10x ਪਲੱਸ y। ਅਤੇ ਜੇ ਗੱਲ ਕਰੀਏ ਸਮ ਆਫ 2 ਡਿਜਿਟਸ ਦੀ, ਤਾਂ ਜਿਹੜੀ ਸਮ ਹੋਊਗੀ ਆਫ 2 ਡਿਜਿਟਸ ਦੀ, ਉਹ ਆਪਣੇ ਕੋਲ ਕਿੰਨਾ ਆਊਗਾ ਰਾਜੇ, ਉਹ ਆਊਗਾ x ਪਲੱਸ y। ਤਾਂ ਹੁਣ ਅਸੀਂ ਅਕੋਰਡਿੰਗ ਟੂ ਕੁਐਸਚਨ ਦੇਖੀਏ, ਤਾਂ ਸਾਨੂੰ ਕਿਹਾ ਗਿਆ ਕਿ 10x ਪਲੱਸ y, ਜਾਂ ਆਪਾਂ ਕਹੀਏ ਵੀ 2 ਡਿਜਿਟ ਨੰਬਰ ਕਾਹਦੇ ਬਰਾਬਰ ਹੈ 7 ਗੁਣਾ x ਪਲੱਸ y ਦੇ। ਇਹ ਆਪਾਂ ਨੂੰ ਕਿਹਾ ਗਿਆ ਸੀ ਕੁਐਸਚਨ 'ਚ। ਅਤੇ ਜਦੋਂ ਅਸੀਂ ਸੋਲਵ ਕਰਾਂਗੇ ਤਾਂ ਸਾਡੇ ਕੋਲ ਆ ਜਾਊ 3x ਬਰਾਬਰ ਆ ਜਾਊ 6y ਦੇ, x ਆਪਣੇ ਕੋਲ ਕਿਹਦੇ ਇਕੁਅਲ ਆ ਜਾਊਗਾ 2y ਦੇ ਇਕੁਅਲ ਆ ਜਾਊਗਾ। ਹੁਣ ਅੱਗੇ ਵੱਧਦੇ ਹਾਂ। ਕਹਿੰਦੇ ਦਾ ਨੰਬਰ ਡੈਟ ਇਜ਼ ਫਾਊਂਡ ਬਾਏ ਰਿਵਰਸਿੰਗ ਇਟਸ ਡਿਜਿਟ, ਉਹ ਨੰਬਰ ਜਦੋਂ ਅਸੀਂ ਡਿਜਿਟਸ ਨੂੰ ਰਿਵਰਸ ਕਰ ਦਾਂਗੇ, ਇਹ ਆਪਣੇ ਕੋਲ ਡਿਜਿਟਸ ਨੇ, ਅਗਰ ਆਪਾਂ ਇਹਨਾਂ ਨੂੰ ਰਿਵਰਸ ਕਰ ਦਈਏ ਤਾਂ ਟੈਂਸ ਪਲੇਸ 'ਤੇ ਕੀ ਆ ਜਾਊਗਾ y, ਅਤੇ ਯੂਨਿਟ ਪਲੇਸ 'ਤੇ ਕੀ ਆ ਜਾਊਗਾ x। ਬਸ ਇੰਨੀ ਕੁ ਕਹਾਣੀ ਚੇਂਜ ਹੋਊਗੀ। ਤਾਂ ਨੰਬਰ ਕੀ ਬਣ ਜਾਊਗਾ ਇੱਥੇ ਆਪਣੇ ਕੋਲ, ਨੰਬਰ ਬਣ ਜਾਊਗਾ ਰਾਜੇ 10y ਪਲੱਸ x ਬਣ ਜਾਊ। ਤਾਂ ਕੁਐਸਚਨ ਸਟੇਟਮੈਂਟ ਦੁਬਾਰਾ ਪੜ੍ਹਦੇ ਆ। ਦਾ ਨੰਬਰ ਡੈਟ ਇਜ਼ ਫਾਰਮਡ ਬਾਈ ਰਿਵਰਸਿੰਗ ਇਟਸ ਡਿਜਿਟ ਇਜ਼ 18 ਲੈਸ ਦੈਨ ਦਾ ਓਰੀਜਨਲ ਨੰਬਰ। ਫਾਈਂਡ ਦਾ ਨੰਬਰ ਜਿਹੜੇ ਆਪਾਂ ਉਹ ਫਾਈਂਡ ਆਊਟ ਕਰਨੇ ਆ। ਤਾਂ 18 ਲੈਸ ਹੈ, ਕਹਿਣ ਦਾ ਮਤਲਬ 10x ਪਲੱਸ y ਜੋ ਕਿ ਸਾਡਾ ਓਰੀਜਨਲ ਨੰਬਰ ਹੈ ਨਾ, ਉਹ 18 ਲੈਸ ਹੈ ਕਿਹਦੇ ਤੋਂ 10y ਪਲੱਸ x ਤੋਂ। ਜਾਂ ਫਿਰ ਆਪਾਂ ਇਹਨੂੰ ਇੱਕ ਤਰੀਕੇ ਨਾਲ ਹੋਰ ਲਿਖ ਸਕਦੇ ਹਾਂ, ਕਹਿੰਦੇ ਵੀ ਦੋਨਾਂ ਨੰਬਰ ਦਾ ਜਿਹੜਾ ਮੇਨ ਨੰਬਰ ਹੈ ਓਰੀਜਨਲ ਨੰਬਰ, ਅਤੇ ਜਿਹੜਾ ਰਿਵਰਸ ਨੰਬਰ ਹੈ, ਉਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਆਪਾਂ ਨੂੰ 18 ਗਿਵਨ ਹੈ। ਜਿਵੇਂ ਮਰਜ਼ੀ ਇਹਨੂੰ ਸਮਝ ਲਓ, ਜਿਸ ਮਰਜ਼ੀ ਭਾਸ਼ਾ 'ਚ ਇਹਨੂੰ ਸਮਝ ਲਓ, ਜਿਸ ਮਰਜ਼ੀ ਵੇ ਦੇ ਵਿੱਚ ਇਹਨੂੰ ਲਿਖ ਲਓ, ਠੀਕ ਹੈ। ਜਦੋਂ ਅਸੀਂ ਇਹਨੂੰ ਸੋਲਵ ਆਊਟ ਕਰਾਂਗੇ ਤਾਂ ਜੇ ਸਾਡੇ ਕੋਲ ਆ ਜਾਊਗਾ 9x ਮਾਈਨਸ 9y ਇਜ਼ ਇਕੁਅਲ ਟੂ 18 ਦੇ, ਅਤੇ x ਮਾਈਨਸ y ਕਿੰਨਾ ਆ ਜਾਊਗਾ ਆਪਣੇ ਕੋਲ 2 ਦੇ ਇਕੁਅਲ ਆ ਜਾਊ। ਅਤੇ ਅਗਰ ਅਸੀਂ 1 ਤੋਂ ਦੇਖੀਏ x ਦੀ ਵੈਲਿਊ ਕਿੰਨੀ ਗਿਵਨ ਹੈ 2y, ਤਾਂ ਅਸੀਂ ਲਿਖਾਂਗੇ 2y ਮਾਈਨਸ y ਇਜ਼ ਇਕੁਅਲ ਟੂ 2 ਦੇ ਇਕੁਅਲ। ਤਾਂ ਇੱਥੋਂ ਸਾਡੇ ਕੋਲ y ਦੀ ਵੈਲਿਊ ਜਿਹੜੀ ਆ ਜਾਊਗੀ 2 ਆ ਜਾਊਗੀ, ਅਤੇ x ਕਿੰਨਾ ਆਊਗਾ 2 × 2 ਇਜ਼ ਇਕੁਅਲ ਟੂ 4। ਤਾਂ x ਆਪਣੇ ਕੋਲ ਕਿੰਨਾ ਆ ਗਿਆ ਰਾਜੇ
4 y ਕਿੰਨਾ ਆ ਗਿਆ 2 ਤਾਂ ਨੰਬਰ ਕਿੰਨਾ ਆ ਜਾਊਗਾ ਆਪਣੇ ਕੋਲ 40 + 2 ਤਾਂ ਬਰਾਬਰ ਆ ਜਾਊਗਾ 42 ਦੇ। ਤਾਂ ਕਿਹੜੀ ਆਪਸ਼ਨ ਜਿਹੜੀ ਸਾਡੀ ਕਰੈਕਟ ਹੈ ਡੈਟ ਇਜ਼ ਆਪਸ਼ਨ ਏ। ਤਾਂ ਨੈਕਸਟ ਸਾਡੇ ਕੋਲ ਕੁਐਸਚਨ ਕੀ ਦੇ ਰੱਖਿਆ ਕਹਿੰਦੇ ਵੈਲਿਊ ਪਤਾ ਕਰਨੀ ਹੈ ਸਿੰਪਲੀਫਾਈ ਕਰਨਾ ਜਸਟ ਇਹਨੂੰ 0.03125 ਤੇ ਉਹਦੀ ਪਾਵਰ ਕਿੰਨੀ ਦੇ ਰੱਖੀ ਆ -2/5 ਅਸੀਂ ਫਾਈਂਡ ਆਊਟ ਕਰਨੀ ਹੈ ਇਹਦੇ ਵਿੱਚ ਵੈਲਿਊ। ਤਾਂ ਇਹ ਸਿੰਪਲੀਫਿਕੇਸ਼ਨ ਦਾ ਜਿਹੜਾ ਸਵਾਲ ਬਣ ਜਾਂਦਾ ਨਾ ਕਿ 0.03125 ਦੀ ਪਾਵਰ -2/5 ਦੇ ਰੱਖਿਆ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਰਾਜੇ ਇਹ ਪੁਆਇੰਟ ਨੂੰ ਹਟਾ ਦਾਂਗੇ ਤਾਂ ਸਾਡੇ ਕੋਲ ਕਿੰਨੀਆਂ ਜ਼ੀਰੋ ਆ ਜਾਣਗੀਆਂ ਨੀਚੇ 5 ਜ਼ੀਰੋ ਆ ਜਾਣਗੇ। ਕਹਿਣ ਦਾ ਮਤਲਬ 10⁻5 ਆ ਜਾਊਗਾ। ਉੱਪਰ ਆ ਜਾਊ ਆਪਣੇ ਕੋਲ -2/5 -2/5 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ 3125/10⁻5 ਤੇ ਉਹਦੀ ਪਾਵਰ 1/5 ਤੇ ਫਿਰ ਸਾਰਿਆਂ ਦੀ ਪਾਵਰ -2 ਕਿਉਂਕਿ ਇਹ ਪਾਵਰਾਂ ਜਦੋਂ ਹੁੰਦੀਆਂ ਨੇ ਆਪਸ 'ਚ ਮਲਟੀਪਲਾਈ ਹੋ ਜਾਂਦੀਆਂ ਨੇ। ਜਿਵੇਂ ਕਿ ਆਪਣੇ ਕੋਲ x ਦੀ ਪਾਵਰ a/b ਹੈ ਤਾਂ ਅਸੀਂ ਇਹਨੂੰ ਇਹ ਲਿਖ ਸਕਦੇ ਹਾਂ x ਦੀ ਪਾਵਰ 1/b ਤੇ ਉਹਦੀ ਪਾਵਰ a। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਰਾਜੇ ਹੁਣ ਜੇ ਅਸੀਂ ਇਹ 3125 ਦੀ ਗੱਲ ਕਰੀਏ ਤਾਂ ਇਹ ਹੁੰਦਾ ਹੈ 5 ਦੀ ਪਾਵਰ 5 ਦੀ 5 ਪਾਵਰ ਹੁੰਦਾ 3125 5 ਦੀ ਪਾਵਰ 4 ਹੁੰਦਾ ਸਾਡੇ ਕੋਲ 625 5 ਦੀ ਪਾਵਰ 3 ਹੁੰਦਾ ਸਾਡੇ ਕੋਲ 125 ਤੇ 5 ਦੀ ਸਕੇਅਰ ਹੁੰਦੀ ਹੈ ਸਾਡੇ ਕੋਲ 25। ਤਾਂ ਤੁਸੀਂ ਜਿਹੜੇ ਸਕੇਅਰ ਰੂਟ ਕਿਊਬ ਰੂਟ ਹੈ ਨਾ 4th 5th ਇਹ ਸਾਰੇ ਇਹ ਯਾਦ ਤੁਹਾਨੂੰ ਰੱਖਣੇ ਪੈਣਗੇ। ਤੁਸੀਂ 5 ਤੱਕਰ ਜਾਂ 6 ਤੱਕਰ ਯਾਦ ਰੱਖ ਲਓ ਹਰ ਇੱਕ ਨੰਬਰ ਦੀ ਜਿਵੇਂ 2 ਦਾ ਸਕੇਅਰ 2 ਦਾ ਕਿਊਬ 2 ਦਾ 4 2 ਦਾ 5 ਇੱਦਾਂ 3 ਦਾ ਕਿਊਬ 3 ਦਾ 4 3 ਦੀ ਪਾਵਰ 5 ਇੱਦਾਂ ਯਾਦ ਰੱਖਣੇ ਪੈਣਗੇ ਜੇ ਕੁਝ ਕੁ ਵੈਲਿਊਜ਼ ਤੁਹਾਨੂੰ ਤਾਂ ਕਿ ਤੁਹਾਡੀ ਕੈਲਕੂਲੇਸ਼ਨ ਈਜ਼ੀ ਹੋ ਸਕੇ। ਤੇ ਨੀਚੇ ਕਿੰਨਾ ਆਪਣੇ ਕੋਲ 10 ਦੀ ਪਾਵਰ 5 ਤੇ ਇਹਨਾਂ ਸਾਰਿਆਂ ਦੀ ਪਾਵਰ 1/5 ਤੇ ਹੋਲ ਪਾਵਰ ਕਿੰਨੀ ਦੇ ਰੱਖੀ ਹੈ -2। ਹੁਣ ਜਦੋਂ ਅਸੀਂ ਪਾਵਰ ਨੂੰ ਅੰਦਰ ਮਲਟੀਪਲਾਈ ਕਰਾਂਗੇ ਤਾਂ 5 ਦੀ ਪਾਵਰ 5/5 ਆਜੂ 10 ਦੀ ਪਾਵਰ 5/5 ਆਜੂ ਤੇ ਇਹਨਾਂ ਸਾਰਿਆਂ ਦੀ ਪਾਵਰ ਕਿੰਨੀ ਆ ਗਈ -2। ਤਾਂ ਆਨਸਰ ਕਿੰਨਾ ਆ ਗਿਆ 5/10 ਦੀ ਪਾਵਰ -2। ਇਸ ਨੂੰ ਅਸੀਂ ਲਿਖ ਸਕਦੇ ਹਾਂ 0.5 ਦੀ ਪਾਵਰ -2। ਤੇ ਇਹਨੂੰ ਅਗਰ ਪੋਜ਼ਿਟਿਵ ਬਣਾਉਣਾ ਪਾਵਰ ਨੂੰ ਤਾਂ ਨਿਊਮੀਨੇਟਰ ਜਿਹੜਾ ਡਿਨੋਮੀਨੇਟਰ ਦੇ ਵਿੱਚ ਚਲਾ ਜਾਊਗਾ ਤੇ ਪਾਵਰ ਕੀ ਬਣ ਜੂਗੀ ਪੋਜ਼ਿਟਿਵ ਬਣ ਜੂਗੀ। ਤਾਂ ਇਹ ਆਜੂ ਆਪਣੇ ਕੋਲ ਰਜੇ 1/0.25 ਤੇ ਇਹਨੂੰ ਲਿਖ ਸਕਦੇ ਹਾਂ ਅਸੀਂ 4। ਤਾਂ ਆਨਸਰ ਕਿੰਨਾ ਆ ਗਿਆ ਇਹ ਆ ਗਿਆ। ਤਾਂ ਸਿੰਪਲੀਫਿਕੇਸ਼ਨ ਦਾ ਸਵਾਲ ਸੀਗਾ ਜਸਟ ਇਹ 'ਚ ਸਿੰਪਲੀਫਾਈ ਕਰਕੇ ਲਿਖਣਾ ਸੀ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਸੀ। ਨੈਕਸਟ ਪ੍ਰਸ਼ਨ ਹੈ ਸਾਡਾ 11ਵਾਂ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਕਿ ਇਹ ਵੀ ਰਾਜੇ ਕੀ ਹੈ ਥੋੜ੍ਹਾ ਸਿੰਪਲੀਫਿਕੇਸ਼ਨ ਨਾਲ ਰਿਲੇਟਡ ਹੀ ਸਵਾਲ ਹੈ ਕਿ ਇਹਨੂੰ ਸਿੰਪਲੀਫਾਈ ਕਰਕੇ ਅਸੀਂ ਲਿਖਣਾ ਹੈ। ਸਭ ਤੋਂ ਪਹਿਲਾਂ ਅਸੀਂ ਧਿਆਨ ਦਈਏ ਤਾਂ ਸਾਨੂੰ ਜਿਹੜਾ ਡਿਵਾਈਡ ਦੇ ਰੱਖਿਆ ਆਪਰੇਸ਼ਨ ਜਦੋਂ ਵੀ ਡਿਵਾਈਡ ਦਾ ਆਪਰੇਸ਼ਨ ਹੋਵੇ ਮੈਂ ਤੁਹਾਨੂੰ ਕਿਹਾ ਸੀ ਉਹਨੂੰ ਮਲਟੀਪਲਾਈ 'ਚ ਕਨਵਰਟ ਕਰ ਲਿਆ ਕਰੋ। ਕਿਸ ਤਰ੍ਹਾਂ ਇਹ ਬਣ ਜਾਓ ਆਪਣੇ ਕੋਲ 64x³ ਮਲਟੀਪਲਾਈ ਬਾਏ 1/27 a ਦੀ ਪਾਵਰ -3 ਤੇ ਹੋਲ ਪਾਵਰ ਕਿੰਨੀ ਆ -2/3। ਠੀਕ ਹੈ ਜੀ। ਉਸ ਤੋਂ ਨੈਕਸਟ ਸਟੈਪ ਕੀ ਹੋਊਗਾ ਸਾਡੇ ਕੋਲ 64 ਆ ਜੀ 64 ਸਾਡੇ ਕੋਲ ਕਿਹਦਾ ਕਿਊਬ ਹੁੰਦਾ 4 ਦਾ 4 ਦੀ ਪਾਵਰ 3 ਕਿੰਨਾ ਹੋ ਗਿਆ ਆਪਣੇ ਕੋਲ 64 ਆ ਗਿਆ। ਨਾਲ ਕੀ ਆ x³ ਤੇ ਨੀਚੇ ਕੀ ਲਿਖਿਆ ਵਾ ਆਪਣੇ ਕੋਲ 27 ਕੀ ਹੁੰਦਾ 3 ਦਾ ਕਿਊਬ ਤੇ ਇੱਥੇ ਆਪਣੇ ਕੋਲ a ਦੀ ਪਾਵਰ ਕਿੰਨੀ ਆ -3 ਦੇ ਰੱਖੀ ਹੈ ਤੇ ਹੋਲ ਪਾਵਰ ਕਿੰਨੀ ਆ -2/3। ਹੁਣ a ਦੀ ਪਾਵਰ -3 ਪਲੱਸ -3 ਹੈ ਉੱਪਰ ਜਾ ਕੇ ਕੀ ਬਣ ਜੂ ਇਹ ਪਲੱਸ ਦਾ 3 ਬਣ ਜੂਗਾ a ਦੀ ਪਾਵਰ +3 ਨੀਚੇ ਕਿੰਨਾ ਆ ਗਿਆ 3 ਦੀ ਪਾਵਰ 3 ਤੇ ਹੋਲ ਪਾਵਰ ਕਿੰਨੀ ਆ ਜੇ 1/3 ਤੇ ਉਹਦੀ ਪਾਵਰ ਕਿੰਨੀ ਆ -2। ਜਦੋਂ ਤੁਸੀਂ 1/3 ਨੂੰ ਇਹਨਾਂ ਨਾਲ ਮਲਟੀਪਲਾਈ ਪਾਵਰ ਨੂੰ ਸੋਲਵ ਕਰੋਗੇ ਤਾਂ ਸਾਡੇ ਕੋਲ ਜਿਹੜੀ ਹੈ 3 ਹੈ ਪਾਵਰ 4 ਦੀ ਉਹ ਵੀ ਕੈਂਸਲ ਆਊਟ ਹੋ ਜੂ x ਦੀ ਪਾਵਰ ਜਿਹੜੀ ਕਿਊਬ ਹੈ ਉਹ ਵੀ ਕੈਂਸਲ ਆਊਟ ਹੋ ਜੂ ਤੇ ਨਾਲ a ਬਚੂ ਨੀਚੇ ਕੀ ਬਚੂ 3 ਤੇ ਸਾਰਿਆਂ ਦੀ ਪਾਵਰ ਕਿੰਨੀ ਆ ਜੂਗੀ -2 ਆ ਜੂਗੀ। ਤਾਂ ਆਨਸਰ ਕਿੰਨਾ ਆ ਗਿਆ 4x a ਦੀ ਪਾਵਰ -2 ਨੀਚੇ ਆ ਜੂ ਆਪਣੇ ਕੋਲ 3 ਦੀ ਪਾਵਰ -2 ਆ ਜੂਗਾ। ਤੇ ਰਾਜੇ ਅਸੀਂ ਕਰਾਂਗੇ ਇਹਨੂੰ ਰੈਸੀਪ੍ਰੋਕਲ ਕਰ ਦਾਂਗੇ ਤਾਂ ਪਾਵਰਾਂ ਕੀ ਹੋ ਜਾਣਗੀਆਂ ਪਲੱਸ ਉੱਪਰ ਆ ਜੂ 3 ਦੀ ਪਾਵਰ 2 ਤੇ ਨੀਚੇ ਕੀ ਆ ਜੂ 4x a ਦੀ ਪਾਵਰ 2। ਜਦੋਂ ਸਕੇਅਰ ਨੂੰ ਸੋਲਵ ਕਰਾਂਗੇ ਕਿਉਂਕਿ ਸਾਡੀ ਡਿਮਾਂਡ ਹੈ ਇਹ ਅਗਰ ਆਪਸ਼ਨਾਂ ਨੂੰ ਧਿਆਨ ਨਾਲ ਦੇਖੀਏ ਤਾਂ ਅਸੀਂ ਸਾਡਾ ਜਿਹੜਾ ਸਕੇਅਰ ਸੋਲਵ ਕੀਤਾ ਹੋਇਆ 9 ਸਾਡੇ ਕੋਲ ਕਿੰਨਾ ਜੂ 16x² a² 9/16x² a² ਕਿਹੜੀ ਆਪਸ਼ਨ ਕਰੈਕਟ ਹੈ ਜੇ ਸਾਡੇ ਕੋਲ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ C ਆਪਸ਼ਨ ਜਿਹੜੀ ਹੈ ਕਰੈਕਟ ਆ ਰਹੀ ਹੈ 11th ਦਾ ਆਨਸਰ। ਅਗਲਾ ਪ੍ਰਸ਼ਨ ਜਿਹੜਾ ਸਾਡਾ 12ਵਾਂ ਪ੍ਰਸ਼ਨ ਹੈ ਉਹ ਕਹਿੰਦਾ ਹੈ ਕਿ 30% ਅੰਬ ਜਿਹੜੇ ਨੇ 450 ਦੇ ਵਿੱਚੋਂ ਖਰਾਬ ਨਿਕਲੇ। 450 ਟੋਟਲ ਅੰਬ ਸੀਗੇ ਸਾਡੇ ਟੋਟਲ ਮੈਂਗੋਸ ਕਿੰਨੇ ਸੀ ਸਾਡੇ ਕੋਲ ਟੋਟਲ 450 ਅੰਬ ਸੀ ਜਿਹਦੇ ਵਿੱਚੋਂ 30% ਕਿਹੜੇ ਖਰਾਬ ਨਿਕਲੇ। ਤਾਂ ਅਸੀਂ ਅਗਰ ਖਰਾਬ ਦੀ ਗਿਣਤੀ ਕੱਢਣੀ ਹੋਵੇ ਤਾਂ ਅਸੀਂ ਕਹਾਂਗੇ 30% ਜਿਹੜੇ ਨੇ ਉਹ ਆਊਟ ਆਫ 450 ਜਿਹੜੇ ਨੇ ਕੀ ਨਿਕਲੇ ਖਰਾਬ ਹੈ ਨਾ। ਤਾਂ ਜੇ ਖਰਾਬ ਨਿਕਲੇ ਨੇ ਤਾਂ ਅਸੀਂ ਕੀ ਕਹਾਂਗੇ 30/100 × 450
है ना। कितना आ जाऊगा राजे साडे कोल, ये आ जू 135। तो टोटल 135 अंब जिहड़े ने वो खराब निकले। हाउ मैनी मैंगोज आर इन गुड कंडीशन, तो गुड कंडीशन दे विच किन्ने अंब ने, टोटल साडे कोल 450 ने, तो जिहड़े खराब ने वो किन्ने ने 135। तो टोटल गुड कंडीशन वाले किन्ने अंब बचे ने, वो अपने कोल टोटल दे विचों खराब माइनस कर दईए तो साडे कोल जिहड़े अंब बचते ने 315, वो की ने इन गुड कंडीशन। तो बड़े ही आसान सवाल ने रजे, लेकिन स्टेटमेंट नूं समझ के पढ़ के चंगी तरह फिर सॉल्व करने ने। अगले प्रश्न वाल वधदे हैं, जो कि साडा है 13वां सवाल, जिस दे विच सानूं क्या है, द सम ऑफ टू नंबरस इज़ 2490। दो नंबरों का जिहड़ा जोड़ है वो 2490 दे रखा है। सब तो पहला तो आप नंबर ही लिख लेने, कह रहे लैट द नंबरस आर एक्स एंड 2490 माइनस एक्स। 2490 चों अगर एक्स घटा देंगे तो साढ़े कोल दूजा नंबर आ जाऊगा। पहला नंबर अगर असी एक्स सपोज किया है, टोटल दे विचों एक्स माइनस कर देंगे तो साढ़े कोल कितना आ जू, दूसरा नंबर आ जू। नैक्सट पढ़ते हैं, कहते इफ 6.5% ऑफ वन नंबर 6.5% ऑफ वन नंबर 6.5% ऑफ वन नंबर is equal to 8.5% of other is equal to 8.5% of other number, जो कि 2490 माइनस एक्स दे रखे। तो आप की करना है, ग्रेटर नंबर पता करना है, सिंपलीफाई करना, दसना भी आ वड्डा है कि आ वड्डा नंबर है। सिंपलीफाई करांगे तो अपने कोल की आजू 6.5% परसेंटेज जे असी हटावांगे तो की करांगे 100 नाल डिवाइड इनटू एक्स, कादे बराबर आजू 8.5 डिवाइडेड बाय 100 इंटू 2490 माइनस एक्स दे इक्वल आ जाऊगा। पॉइंट दे जिहड़ा हा इनू भी असी सॉल्व कर लांगे तो अपने कोल कितना आ जाऊगा, नीचे 1000 आ जाऊगा ना। पॉइंट भी हटा देंगे तो अपने कोल कितना आ जू 65/1000। इधर आओ जरूर जी 85/1000। क्यों किया, क्योंकि ये कैंसल आउट हो जाएंगे, 1000 तो 1000 कैंसल आउट हो जाऊगा। जो असी इनू लिखांगे फिर अपने कोल आ जू 65x इज इक्वल टू 85 इंटू 2490 माइनस एक्स, है ना। जो इनू माड़ा मोटा तुम कैलकुलेट करोगे, सॉल्व आउट करोगे तो सोडे कोल रजे की आ जाऊगा, एक्स की वैल्यू जी आ जाऊगी वो आ जाऊगी, मैं डायरैक्ट लिख रहा 1411 आ जाऊगी जो तुम एक्स नू सॉल्व करोगे। हुण देखो एक्स अपने कोल कितना है 1411, तो जिहड़ा नंबर है अपने कोल दूजा वो कितना है 2490 माइनस 1411, जो कि बराबर आ जाऊगा अपने 1079 के इक्वल। तो किहड़ा नंबर ग्रेटर है साडे कोल 1411। इस तरह इनू सिंपली जो तुम सॉल्व करोगे 5 की टेबल से कटोगे, इतों साडे कोल एक्स की वैल्यू आ जाऊगी कैलकुलेट करके 1411। तो अपनी ऑप्शन जी है डी ऑप्शन करैक्ट है 13वें सवाल की। अगला प्रश्न है साडे कोल 14वां, जिहदे विच स्टेटमेंट गिवन है क्वेश्चन की कि किसी एक संस्था दे विच 40% जिहड़े इंपलॉय ने वो 10वीं पास ने, 50% जिहड़े रिमेनिंग ने वो किने ग्रैजुएट्स ने, तो कहते जिहड़े उस तो बाद जिहड़े बचते ने 180 वो किने पोस्ट ग्रैजुएट ने। तो असी नंबर ऑफ ग्रैजुएट इंपलॉयज़ नू पता करना है। देखो ये क्वेश्चन थोड़ा जिहा ना जिहड़ा है उस स्टेटमेंट नू बार बार पढ़ने वाला है, एक बार पढ़ के स्टेटमेंट समझ नहीं आती तो ये उस तरह के सवाल ने भी जिन्हों की स्टेटमेंट सानू बार बार पढ़नी पैंदी है। असी एक एक करके लिखते हैं। सब तो पहला असी गल करिए जिहड़े 10वीं पास ने वो किन्ने ने, वो अपने ने रजे 40%, ठीक है। 40% जिहड़े ने वो 10वीं पास ने। रिमेनिंग किन्ने ने अपने कोल, जिहड़े रिमेनिंग ने देखो रिमेनिंग जिहड़ा है वो की होऊगा, असी हुण 100% जो परसेंटेज की गल होंदी है तो असी 100% नूं जिहड़ा उहदे विच्चों मन के चलते हुंदे ना, परसेंटेज दे विच असी 100 नूं मन के चलते हुंदे भी 100 का हिस्से बना लैंदे भी 40% जिहड़ा 100 के हिस्सों के विच लिया गया। तो 100 चों अगर 40% मैट्रिकुलेट्स ने जब 10वीं पास ने तो अपने कोल किन्ने बचे, तो अपने कोल 60% जिहड़े बचे उन्हां बारे सानूं हजे नहीं पता। कहंदे ये बचे हुए, इत्थे शब्द लिखा रिमेनिंग, ये बचे हुए हिस्से का जो कि साढ़े कोल 60% है, वह 50वां हिस्सा जिहड़े ने वो ग्रैजुएट ने। दोबारा इनू पढ़ते हैं क्योंकि स्टेटमेंट जी बड़ी जी अपनी डीपली लिखी हुई है चीज़ों तो उन्होंने थोड़ा जिहा अनफोल्ड करना पैना। तो सब तो पहला साढ़े कोल 10वीं पास 40% ने, तो फिर जे असी गल करिए टोटल चों 100% चों रिमेनिंग किन्ने ने, वो बचे 60%। इत्थों तक गल क्लीयर होगी। फिर असी आने कौमा तो बाद वाली गल ते, कहते 50% ऑफ द रिमेनिंग आर ग्रैजुएट्स, जो बचे हुए ने उनका 50% हिस्सा की ने ग्रैजुएट्स ने। तो ग्रैजुएट्स की आ गए अपने को, इत्थे ग्रैजुएट्स आ गए, ग्रैजुएट्स किने आ गए अपने को, ग्रैजुएट्स आ गए रजे 50%
ऑफ 60% ऑफ टोटल इंपलॉय। जिन्ने साडे कोल टोटल इंपलॉय ने ਉਹਦਾ ਹਿੱਸਾ ਇੱਦਾਂ ਬਣਦੇ ਜਾ ਰਹੇ ਨੇ, ਠੀਕ ਹੈ। ਕਿਉਂਕਿ ਕੋਈ ਸਟੇਟਮੈਂਟ ਦੇ ਵਿੱਚ ਸਾਨੂੰ ਲਿਖਿਆ ਵੀ ਬਚੇ ਹੋਏ ਦਾ 50% ਹਿੱਸਾ, ਤਾਂ ਬਚੇ ਕਿੰਨੇ ਨੇ 60, ਉਹਦਾ ਕਿੰਨਵਾਂ ਹਿੱਸਾ 50% ਟੋਟਲ ਦੇ ਵਿੱਚੋਂ। ਇੱਥੇ ਅਸੀਂ ਕੀ ਕਰਾਂਗੇ, ਕੰਸੀਡਰ ਕਰਾਂਗੇ ਸਭ ਤੋਂ ਪਹਿਲਾਂ ਲੈਟ ਟੋਟਲ ਨੰਬਰ ਆਫ ਇੰਪਲॉय ਜਿਹੜੇ ਨੇ ਉਹਨਾਂ ਨੂੰ ਅਸੀਂ x ਮੰਨ ਲਿਆ। ਤਾਂ ਅਸੀਂ ਕੀ ਕਰਾਂਗੇ, ਗ੍ਰੈਜੂਏਟਸ ਕਿੰਨੇ ਆ ਗਏ 50% ਆਫ 60% ਆਫ ਟੋਟਲ, ਜੋ ਕਿ ਹੈ ਸਾਡੇ ਕੋਲ x, ਠੀਕ ਹੈ। ਇੱਥੇ ਗੱਲ ਜਿਹੜੀ ਸਾਡੀ ਕਲੀਅਰ ਹੁੰਦੀ ਹੈ। ਇਹ ਗ੍ਰੈਜੂਏਟਸ ਨੇ ਤੇ ਰਜੇ ਇਹਨਾਂ ਵਿੱਚ ਜਿਹੜੇ ਗ੍ਰੈਜੂਏਟਸ ਨੇ ਜੋ ਬਚੇ ਨੇ ਉਹ 180 ਨੇ। ਜਿਹੜੀ ਅਗਲੀ ਲਾਈਨ ਕਹਿੰਦੀ ਹੈ ਐਂਡ ਦਾ ਰਿਮੇਨਿੰਗ 180 ਆਰ ਪੋਸਟ ਗ੍ਰੈਜੂਏਟਸ। ਕਹਿੰਦੇ ਇਹ ਜੋ 50% ਨੇ ਇਹਦੇ ਜਿਹੜੇ ਬਚੇ ਹੋਏ ਨੇ 50%, ਹੁਣ ਦੇਖੋ 50% ਦਾ ਬਚਿਆ ਹੋਇਆ ਕਿਵੇਂ ਕੱਢਾਂਗੇ, ਟੋਟਲ ਕਿੰਨੇ ਨੇ 100, ਉਹਦੇ ਵਿੱਚੋਂ ਅਸੀਂ ਕੀ ਕਰਾਂਗੇ 50% ਹਿੱਸਾ ਕੱਢ ਲਾਂਗੇ, ਤਾਂ ਕਿੰਨਾ ਹੀ ਆ ਜਾਊਗਾ ਆਪਣੇ ਕੋਲ 50% ਹਿੱਸਾ ਆ ਜੂ। ਇਹ ਜਿਹੜੇ 50% ਹਿੱਸੇ ਵਿੱਚੋਂ ਜਿਹੜੇ ਬਚੇ ਹੋਏ ਨੇ ਉਹ ਆਪਣੇ ਕੋਲ 180 ਦੇ ਰੱਖੇ ਨੇ। ਇਹ 50% ਹਿੱਸਾ ਕਿਹਦਾ ਬਚਿਆ ਹੋਇਆ, ਇਸ 60% ਦਾ। ਤਾਂ ਅਸੀਂ ਕਿਵੇਂ ਲਿਖਾਂਗੇ, ਦੇਖੋ ਆਹ 50% ਆਫ 60% ਰਿਮੇਨਿੰਗ ਆਫ ਟੋਟਲ ਮਤਲਬ ਆਫ x ਕਿੰਨਾ 180 ਦੇ ਰੱਖਿਆ। कहना मतलब 50/100 इंटू 60/100 इंटू x कि बराबर है 180 के बराबर है। जो तुसी कैलकुलेट करोगे तो तुहाडे कोल आजू 30x बटे 100 बराबर आजू 180 के। इत्थों जे x अपने कोल कितना आ जाऊगा 600 आ जाऊगा। हुण असीं फाइंड आउट की करना सीगा नंबर ऑफ ग्रैजुएट्स नूं, तो नंबर ऑफ ग्रैजुएट्स किवें फाइंड आउट करांगे, वो हैगे 50% ऑफ 60% ऑफ x। तो कितना आजू 50 इंटू 1/100 इंटू 60 इंटू 1/100 इंटू 600, क्योंकि x की वैल्यू आप फाइंड आउट कर चुके हैं जो कि सानू दे रखी है 600 के इक्वल दे रखी है। तो जे अपना जो इनू सॉल्व करोगे तो ये आ जाऊगा अपने को 180 आ जाऊगा। तो अपने को ग्रैजुएट किन्ने ने 180, तो पोस्ट ग्रैजुएट भी है वो भी असी जो फाइंड वो सानू दिते हुए ने 180, लेकिन वो किहदा हिस्सा बचे हुए का। तो अपना आंसर की है 14वें का ए ऑप्शन आ गया 180। अगले प्रश्न वाल बढ़ते हैं जो कि साडा है 15वां सवाल। 15वां सवाल साडे विच कहा गया रजे कि विच वन ऑफ द फॉलोइंग इज़ द लोएस्ट रेशो। फ्रैक्शन वाले सवाल आ गए। इहो ਜਿਹੇ सवाल नूं हल करन दे दो तरीके ने। जिहड़ा मैथड 1 है वो है कि सब तो पहला असीं जिहड़ी ऑप्शनस ने उन्हां नूं लिख लैंदे आ फ्रैक्शन फॉर्म दे विच, जो कि आ गई साडियां इस तरह 17/25 तो डी ऑप्शन साडी 21/29 असी फ्रैक्शन फॉर्म दे विच लिख लिया है ना। साडे कोल जे पहला तरीका ये है भी 7 नूं 15 नाल डिवाइड करो, 15 नूं 23 नाल डिवाइड करो, 17 नूं 25 नाल डिवाइड करो तो 21 नूं डिवाइड करो 29 दे नाल, तो फिर उस तो बाद इन्हां दे आंसर फाइंड आउट करो। आंसर फाइंड आउट करो तो इन्हां नूं लिखते रहो तो चैक कर लो भी किहड़ा समॉल है तो किहड़ा लार्ज है ना। इदां तुसीं सॉल्व कर लोगे। मैथड 2 हैगा जिहड़ा वो हैगा शॉर्टकट। तो शॉर्टकट वास्ते सब तो पहला सानू पता होना चाहिए प्रॉपर तो इंप्रॉपर फ्रैक्शन बारे। प्रॉपर फ्रैक्शन की होंदी है, सब तो पहला प्रॉपर के बारे गल सुन लो। प्रॉपर फ्रैक्शन वो होंदी है जिहदे विच न्यूमीनेटर जिहड़ा होवे रजे वो स्मॉल होवे ते डिनोमीनेटर जिहड़ा होवे वो लार्ज होवे। ये होंदी है प्रॉपर फ्रैक्शन। प्रॉपर फ्रैक्शन जिहड़ी होंदी है उस न्यूमीनेटर स्मॉल होंदा है, डिनोमीनेटर की होंदा लार्ज। जिवें अगर गल करूँ तुसीं आपां नूं जिहड़ी गिवन ऑप्शनस ने इहदे विच तुसीं न्यूमीनेटर चैक करोगे तो सारिਆਂ ਦੇ स्मॉल ने एज कंपैरिजन टू डिनोमीनेटर। ये अपने कोल की गिवन है प्रॉपर फ्रैक्शन गिवन है, ठीक है प्रॉपर फ्रैक्शन। तो अगर इंप्रॉपर फ्रैक्शन की गल करिए उस केस च न्यूमीनेटर की होगा लार्ज तो डिनोमीनेटर की होगा स्मॉल होगा। ये अपना पहला स्टैप से। ये अपना की है स्टैप 1 भी चैक करो साडी फ्रैक्शन प्रॉपर है या इंप्रॉपर है। ये अपना स्टैप 1 हो गया। हुण स्टैप 2 की है, आपां देखना है रजे भी जिहड़ी साडी ये डिफरेंस है इन्हां दोनों दे विच 7 न्यूमीनेटर ते डिनोमीनेटर दे विच। स्टैप 2 की है साडे कोल भी असीं डिफरेंस चैक करना है 7 ते 15 दे विच डिफरेंस जिहड़ा है अपने कोल। असीं डिफरेंस की गल कर रहे हैं, मैं मैगनीट्यूड दे विच लैना वो 8 दे रखा। तो अगर गल करिए बी ऑप्शन दे विच डिफरेंस की वो भी 8 दे रखा। सी ऑप्शन दे विच डिफरेंस की गल करिए वो भी अपने कोल 8 है तो 21/29, यानी कि डी ऑप्शन की गल करिए ये भी अपने कोल 8 दे रखा। तो कहने का मतलब डिफरेंस साडा की है सेम है। ये दोनों चीज़ां चैक करनियां ने, प्रॉपर फ्रैक्शन
फिर उस तो बाद असीं चैक करना है डिफरेंस। हुण रजे की आउंदा सीधा असीं आंसर लिखना गा। आंसर किद्दां लिखना है, जे तां गल कर रहे आ प्रॉपर फ्रैक्शन दे विच, फिर तां रजे लार्ज नंबर लार्ज रेशो किहड़ी होऊगी, लार्ज ते मैं स्मॉल दोने दस देना जद कि सानूं क्वेश्चन दे विच लोएस्ट पुछी है। अगर गल करिए लार्ज जिहड़ी रेशो होगी, जो फ्रैक्शन वड्डा होवेगा वो लार्ज फ्रैक्शन होवेगा। कहण दा मतलब जो फ्रैक्शन दा न्यूमीनेटर वड्डा होवेगा, जो फ्रैक्शन दा न्यूमीनेटर वड्डा होवेगा वो अपने कोल की होगा लार्ज फ्रैक्शन होगा। हुण तुसीं देखो सारी ऑप्शनां दे विच न्यूमीनेटर किहदा वड्डा है, वो हैगा गा डी ऑप्शन दा। तां डी ऑप्शन जिहड़ी है साडी वो की है लार्ज रेशो, जां फिर आपां कह सकदे हां हायर रेशो, जो भी तुसीं जो तुहानूं क्वेश्चन दे विच लिखिया होवे। ते जे असीं गल करिए लोएस्ट दी, लोएस्ट रेशो जो कि साडा सवाल है, लोएस्ट पहला तो सारे स्टैप्स फॉलो करने ने, फिर एंड ते असीं की देखना भी जेह्ड़े न्यूमीनेटर दी वैल्यू लार्ज है ना, जेह्ड़े फ्रैक्शन दी न्यूमीनेटर दी वैल्यू लार्ज है वो अपने कोल लार्ज रेशो है। जिहदी सब तो घट है, जिवें साडी ए ऑप्शन है सब तो घट 7 है, न्यूमीनेटर सब तो घट है उहदे विच, तां वो अपनी की है लोएस्ट रेशो। लेकिन ये आपां उदों चैक करना है जदों साडियां पहली दो कंडीशन फुलफिल हो जान, प्रॉपर फ्रैक्शन वाली ते डिफरेंस सेम वाली। हुण की करदे आ राजे, आपां एक क्वेश्चन इत्थे होर कर लैंदे आ, वैसे तां इहदा आंसर ए हैगा, लेकिन अगर गल करिए इत्थे एक होर क्वेश्चन दी कि अगर साडे कोल इंप्रॉपर फ्रैक्शन आ जाए फिर असीं किवें करांगे। इंप्रॉपर फ्रैक्शन वाले क्वेश्चन वास्ते असीं कुछ नहीं करना, आ ऑप्शनां नूं मान लो उल्टा लो, 15/7 ठीक है, बी ऑप्शन साडी मान लो 23/15, सी ऑप्शन मान लो सानूं दे रखी है 25/17 तो डी ऑप्शन सानूं दे रखी है मान लो 29/21। हुण तुसीं देखो चैक करो सब तो पहला आह जिहड़ी ऑप्शनस दे रखियां ने ये प्रॉपर है कि इंप्रॉपर है। की डेफिनेशन सीगी इंप्रॉपर दी, इंप्रॉपर दे विच न्यूमीनेटर की होगा लार्ज ते डिनोमीनेटर की होगा स्मॉल। तो हुण चैक करो न्यूमीनेटर की अपना लार्ज, डिनोमीनेटर की है स्मॉल, हर केस दे विच देखो हर केस च न्यूमीनेटर लार्ज है। तो ये अपने कोल की आ गई इंप्रॉपर फ्रैक्शन। तो इंप्रॉपर फ्रैक्शन दे विच हुण तुसीं की चैक करांगे, स्टैप 2 साडा की होऊगा, वो होऊगा डिफरेंस। डिफरेंस की है सारिਆਂ ਦਾ 8। चलो लास्ट ते जिहड़ा हुण असीं आंसर दसना है, आंसर दसना है जे असीं दसना लार्ज फ्रैक्शन, जे असीं लार्ज फ्रैक्शन दसनी है ये उल्टा हो जाऊगा। लार्ज फ्रैक्शन के केस दे विच रजे जिसका न्यूमीनेटर समॉल है, जिसका न्यूमीनेटर समॉल है तो डिनोमीनेटर लार्ज है, वो अपने को लार्ज फ्रैक्शन होगी। इस केस च की सीगा जो प्रॉपर फ्रैक्शन सी तां असीं क्या सी जिहदा न्यूमीनेटर लार्ज है डिनोमीनेटर समॉल है वो अपने को लार्ज होगी। लार्ज न्यूमीनेटर लार्ज रेशो, स्मॉल स्मॉल न्यूमीनेटर स्मॉल रेशो, ये सीगी प्रॉपर फ्रैक्शन के मैथड च। लेकिन अगर गल करिए अपने इंप्रॉपर फ्रैक्शन के मैथड दे विच, उहदे विच की है जे साडा न्यूमीनेटर समॉल होऊगा तां अपनी फ्रैक्शन की होगी लार्ज, तो जे अपना स्मॉल फ्रैक्शन की गल करिए स्मॉल फ्रैक्शन के केस दे विच न्यूमीनेटर वध जू तो डिनोमीनेटर घट जू। कहने का मतलब तुसी एक प्रॉपर पढ़ लो, इंप्रॉपर उहदा की है जस्ट रिवर्स ही है, उहदा उल्टा हैगा। तो इस तरह तुसी किसी भी रेशो वाले क्वेश्चन सॉल्व कर सकते हो। ये सी अज की वीडियो पसंद आई तो शेयर करो, लाइक करो रजे। तो जी नैक्सट हुण असीं की करांगे रैगूलरली इन्हां क्वेश्चन नूं करते रहांगे। जो क्वेश्चन असीं अज टाइप पढ़ लियां, हुण इस तो नैक्सट जिहड़ियां टाइप्स पढ़ांगे जो कि साडी सिलेबस की अगे जो सानू मैंशन होणगियां टर्म्स, उन्हां नाल रिलेटेड MCQs पढ़ांगे। तो मैं जिहड़ी वीडियोज़ ने उहदी फ्रिक्वेंसी जिहड़ी वधा दूंगा हौली हौली, जिहड़े भी ये PTET नाल रिलेटेड HTET नाल रिलेटेड या फिर साडे पटवारी के पेपर के नाल रिलेटेड जिन्ने भी तुहाडे MCQs ने, ताकि तुहाडे नंबर इंप्रूव हो सकन। धन्नवाद।